ਕਿਰਪਾ ਕਰੀ ਮੈਂ ਖੁਸ਼ੀ ਵਿੱਚ ਵੀ ਤੈਨੂੰ ਨਾ ਭੁੱਲਾਂ। ਤੇ ਦੂਜਾ ਪਾਸਾ ਫਿਰ ਮਹਾਰਾਜ ਜੀਆਂ ਨੇ ਗਮੀ ਵਾਲਾ ਪਾਸਾ ਮਹਾਰਾਜ ਜੀਆਂ ਨੇ ਜ਼ਿਕਰ ਕੀਤਾ, ਜੇ ਦੇਹ ਦੁਖ ਲਾਈਐ ਪਾਪ ਗਰੈ ਦੁਇਰਾ। ਮਾਲਕਾ ਜੇ ਮੇਰੀ ਦੇਹ ਨੂੰ ਤੂੰ ਦੁੱਖ ਵੀ ਲਾ ਦਵੇਂ ਨਾ, ਵੇਖੋ ਕਿੰਨੀ ਸਤਿਗੁਰੂ ਮਹਾਰਾਜ ਜੀਆਂ ਨੇ ਪਾਵਨ ਪਵਿੱਤਰ ਬਾਣੀ ਅੰਦਰ ਕਿਰਪਾ ਕੀਤੀ। ਇੱਥੇ ਕਵੀ ਸੰਤੋਖ ਸਿੰਘ ਜੀਆਂ ਨੇ ਮਹਾਰਾਜ ਜੀਆਂ ਦੀ ਬਿਰਤੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਮਹਾਰਾਜ ਸ਼ਾਂਤ ਰੂਪ ਦੇ ਅੰਦਰ ਹਨ, ਨਾ ਉਹਨਾਂ ਨੂੰ ਖੁਸ਼ੀ ਨਾ ਉਹਨਾਂ ਨੂੰ ਗਮੀ, ਦੁੱਖ ਨਹੀਂ ਮਹਾਰਾਜ ਜੀਆਂ ਨੂੰ ਪਾਉਂਦਾ, ਮਹਾਰਾਜ ਸ਼ਾਂਤ ਬਿਰਤ ਹਨ। ਤੇ ਮਹਾਰਾਜ ਜੀਆਂ ਨੇ ਉੱਥੇ ਬਚਨ ਕੀਤਾ, ਜੇ ਦੇਹ ਦੁੱਖ ਲਾਈ ਹੈ ਪ੍ਰਮਾਤਮਾ, ਜੇ ਤੂੰ ਮੇਰੀ ਦੇਹ ਨੂੰ ਵੀ ਦੁੱਖ ਲਾ ਦੇਵੇਂ ਨਾ, ਕੋਈ ਭਿਅੰਕਰ ਰੋਗ ਵੀ ਲੱਗ ਜਾਏ, ਪਾਪ ਗ੍ਰਹਿ ਦੁਇਰਾ, ਜਿਹੜੇ ਦੋਵੇਂ ਹੀ ਰਾਹੂ ਤੇ ਕੇਤੂ ਜਿਹਨੂੰ ਲੋਕ ਕਹਿੰਦੇ ਨੇ ਸ਼ਨੀ ਤੇਰੇ ਤੇ ਭਾਰਾ, ਪਰਮਾਤਮਾ ਜਿਹੜੇ ਦੋਵੇਂ ਗ੍ਰਹਿ ਨੇ ਨਾ ਭਾਵੇਂ ਮੇਰੇ ਤੇ ਪੁੱਠੇ ਵੀ ਪੈ ਜਾਣ, ਰਤ ਪੀਣੇ ਰਾਜੇ ਸਿਰੇ ਉੱਪਰ ਰੱਖਿਆ ਇਵੇਂ ਜਾਪੈ ਭਾਓ, ਲਹੂ ਪੀਣੇ ਰਾਜੇ ਵੀ ਮੇਰੀ ਆਣ ਕੇ ਵਿਰੋਧਤਾ ਕਰਨ ਲੱਗ ਜਾਣ ਨਾ, ਭੀ ਤੂੰ ਹੈ ਸਾਲਾਹਣਾ ਆਖਣ ਲਹਿ ਨਾ ਚਾਓ। ਜੇ ਵਿਪਤਾ ਵੀ ਆਣ ਕੇ ਪਵੇ ਤਾਂ ਵੀ ਮੈਂ ਤੇਰੇ ਚਰਨਾਂ ਕਮਲਾਂ ਦੀ ਪ੍ਰੀਤੀ ਮਾਲਕ ਜੀ ਨਾ ਟੁੱਟੇ। ਇਹ ਬੇਨਤੀ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਕੀਤੀ। ਇੱਥੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਬਿਰਤੀ ਦਾ ਜ਼ਿਕਰ ਕਰਦਿਆਂ ਕਿ ਇੱਕ ਸਮਾਨ ਮਹਾਰਾਜ ਜੀਆਂ ਦੀ ਬਿਰਤੀ ਹਰਖ ਸੋਗ ਤੋਂ ਨਿਰਾਲੀ ਹੈ। ਜਿਉ ਦਲ ਕੰਜ ਜਲੰਕਨ ਕੀ, ਜਿਸ ਪ੍ਰਕਾਰ ਕਹਿਣ ਲੱਗੇ ਸੁਣਿਆ ਸੀ ਕਿ ਜਿਸ ਪ੍ਰਕਾਰ ਰਾਜਾ ਜਨਕ ਉਪਰਾਮ ਰਹਿੰਦਾ ਸੀ ਕਿ ਉਸੇ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇੱਕ ਪ੍ਰਤੱਖ ਰੂਪ ਦੇ ਅੰਦਰ ਹਨ। ਏਕ ਸੇ ਆਨੰਦ ਮੈਂ ਮਗਨੰ, ਮਹਾਰਾਜ ਇੱਕ ਆਨੰਦ ਦੇ ਅੰਦਰ ਹਨ, ਇੱਕ ਆਨੰਦ ਦੇ ਅੰਦਰ ਜਗਤ ਦੇ ਅੰਦਰ ਆਏ ਹਨ, ਇੱਕ ਆਨੰਦ ਦੇ ਅੰਦਰ, ਰਸ ਦੇ ਅੰਦਰ, ਕਰਤਾਰ ਦੇ ਰਸ ਦੇ ਅੰਦਰ। ਜਗ ਤਾਰਨ ਲੀਲਾ ਕਰੇ ਤਨ ਕੀ, ਜਗਤ ਨੂੰ ਤਾਰਨ ਦੀ ਮਹਾਰਾਜ ਲੀਲਾ ਪੈ ਰਚਾ ਰਹੇ ਨੇ। ਜਗਤ ਨੂੰ ਤਾਰਨਾ ਵੀ ਨਾ ਕੋਈ ਬਹਾਨਾ ਬਣਦਾ ਹੈ, ਫਿਰ ਮਹਾਰਾਜ ਜੀ ਫਿਰ ਜਗਤ ਨੂੰ ਤਾਰਦੇ ਹਨ। ਐਸੇ ਗੁਰ ਕੀ ਜੋ ਸਤ ਸੰਗਤ, ਐਸੇ ਗੁਰਾਂ ਦੀ ਜੇ ਕੋਈ ਸਾਧ ਸੰਗਤ ਜਿਉ ਸਤ ਸੰਗਤ ਕਰੇ, ਸੇਵਤ ਕਿਆ ਉਪਮਾ ਤਿਨ ਕੀ। ਔਰ ਐਸੇ ਦੀਨ ਦਿਆਲ ਪਾਤਸ਼ਾਹ ਜੀ ਦੀ ਜੇ ਕੋਈ ਸਾਧ ਸੰਗਤ ਜਿਉ ਸੰਗਤ ਵੀ ਕਰਦਾ ਹੈ, ਐਸੇ ਜਨਾਂ ਦੀ ਕੀ ਉਪਮਾ ਕੀਤੀ ਜਾ ਸਕੇ। ਦੋਹਰਾ ਉਦਾਸੀਨ ਬ੍ਰਿਤ ਮੈਂ ਸਦਾ, ਸ਼੍ਰੀ ਬੇਦੀ ਕੁਲ ਕੀਤ। ਉਦਾਸੀਨ ਬਿਰਤੀ ਦੇ ਅੰਦਰ ਬੇਦੀ ਕੁਲ ਦੇ ਕੁਲ ਕੀਤਾ ਧੰਨ ਗੁਰੂ ਨਾਨਕ ਦੇਵ ਮਹਾਰਾਜ। ਉਦਾਸੀਨ ਦਾ ਭਾਵ ਇਹ ਨਹੀਂ ਕਿ ਮਹਾਰਾਜ ਜੀ ਜ਼ਿੰਮੇਵਾਰੀਆਂ ਤੋਂ ਨੱਠ ਗਏ, ਉਹ ਉਦਾਸੀਨ ਨਹੀਂ। ਜਿਨ੍ਹਾਂ ਬਾਬਤ ਮਹਾਰਾਜ ਜੀਆਂ ਨੇ ਪਾਵਨ ਪਵਿੱਤਰ ਬਾਣੀ ਅੰਦਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਜ਼ਿਕਰ ਕੀਤਾ, ਉਹ ਉਦਾਸੀ ਨਹੀਂ ਹਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਗਤ ਵਿੱਚ ਰਹਿੰਦਿਆਂ ਹੋਇਆਂ ਵੀ ਉਪਰਾਮ ਹਨ। ਐਸੇ ਪਾਤਸ਼ਾਹ ਜੀ ਅਸ ਬਿਦ ਦਿਵਸ ਬਿਤਾਵਈ, ਜਗ ਤਾਰਨ ਕੇ ਹੇਤ। ਔਰ ਅਸ ਬਿਦ ਇਸ ਪ੍ਰਕਾਰ ਜਗਤ ਨੂੰ ਤਾਰਨ ਹਿਤ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਜੀਵਨ ਬਸਰ ਬਤੀਤ ਪਏ ਕਰ ਰਹੇ ਹਨ। ਕਬਿਤ ਬੋਰੋ ਜੈ ਰਾਮ ਚੱਲ ਆਇਓ ਸਸੁਰਾਰ ਧਾਮ। ਥੋੜੇ ਇੱਕ ਸਮੇਂ ਦੇ ਬਾਅਦ, ਕੁਝ ਇੱਕ ਦਿਨਾਂ ਦੇ ਬਾਅਦ ਸਤਿਕਾਰਯੋਗ ਭਾਈਆ ਜੈ ਰਾਮ ਜੀ ਜਦੋਂ ਜਨਮ ਸਾਖੀਆਂ ਨੂੰ ਪੜ੍ਹੀਦਾ ਹੈ ਨਾ, ਸਤਿਕਾਰਯੋਗ ਬੇਬੇ ਨਾਨਕੀ ਜੀ ਤੇ ਭਾਈਆ ਜੈ ਰਾਮ ਜੀ ਦੀ ਵਾਰਤਾਲਾਪ ਪੜ੍ਹੀ ਦੀ ਹੈ। ਬੜੇ ਸਤਿਕਾਰ ਦੇ ਨਾਲ ਭਾਈਆ ਜੈ ਰਾਮ ਜੀ ਬੇਬੇ ਨਾਨਕੀ ਜੀ ਨਾਲ ਬਚਨ ਬਿਲਾਸ ਕਰਦੇ ਹਨ ਤੇ ਕਈ ਵਾਰ ਤਾਂ ਕਹਿ ਹੀ ਦਿੰਦੇ ਹਨ ਕਿ ਤੁਸੀਂ ਧੰਤਾਯੋਗ ਹੋ, ਤੁਸੀਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਭੈਣ ਹੋ, ਤੁਸੀਂ ਬੜੇ ਤੁਹਾਡੇ ਵੱਡੇ ਭਾਗ ਹਨ। ਸਾਡੇ ਵੀ ਵੱਡੇ ਭਾਗ ਨਾਲ ਹੋ ਗਏ, ਤੁਹਾਡੇ ਪਰਿਵਾਰ ਨਾਲ ਸੰਬੰਧ ਜੁੜ ਕੇ ਥੋੜੇ ਬਹੁਤੇ ਅਸੀਂ ਵੀ ਧੰਤਾਯੋਗ ਹੋ ਗਏ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਬਚਨ ਕਈ ਵਾਰ ਜਨਮ ਸਾਖੀਆਂ ਦੇ ਅੰਦਰ ਉਸੇ ਭਾਖਾ ਦੇ ਅੰਦਰ ਲਿਖੇ ਪਏ ਮਿਲਦੇ ਹਨ। ਕੁਝ ਇੱਕ ਦਿਨਾਂ ਦੇ ਬਾਅਦ, ਕਿਉਂਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਗਏ ਸਨ ਭੈਣ ਦੇ ਘਰ, ਭੈਣ ਨੂੰ ਲੈ ਕੇ ਆਏ। ਕੁਝ ਇੱਕ ਦਿਨਾਂ ਦੇ ਬਾਅਦ ਸਤਿਕਾਰਯੋਗ ਭਾਈਆ ਜੈ ਰਾਮ ਜੀ
ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਰਾਏ ਭੋਏ ਦੀ ਤਲਵੰਡੀ ਸਹੁਰੇ ਘਰ ਦੇ ਅੰਦਰ ਭਾਵ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਗ੍ਰਹਿ ਪਟਵਾਰੀ ਜੀ ਦੇ ਗ੍ਰਹਿ ਉੱਥੇ ਪਹੁੰਚਦੇ ਹਨ। ਜਾਂ ਕੋ ਅਬੀਰਾਮ ਪੇਖ ਲੈਨੇ ਹਿਤ ਨਾਨਕੀ। ਔਰ ਤਨ ਦੇ ਉੱਪਰ ਅਤਿਅੰਤ ਸੁੰਦਰ ਜਿਨ੍ਹਾਂ ਨੇ ਪੋਸ਼ਾਕ ਪਹਿਨੀ ਹੋਈ ਹੈ। ਸੁਨ ਕੈ ਬੁਲਾਰ ਨੇ ਬੁਲਾਏ ਪਠਾ ਤਾਤਕਾਲ। ਰਾਏ ਬੁਲਾਰ ਜੀ, ਕਿਉਂਕਿ ਇਹ ਜਿਹੜਾ ਪਰਿਵਾਰ ਸੀ ਨਾ ਸਾਧ ਸੰਗਤ ਜੀਓ, ਭਾਈਆ ਜੈ ਰਾਮ ਜੀ ਤੇ ਰਾਏ ਬੁਲਾਰ, ਇਹ ਪਹਿਲਾਂ ਤੋਂ ਆਪਸ ਵਿੱਚ ਜਾਣਦੇ ਸਨ। ਔਰ ਇਹ ਜਿਹੜਾ ਰਿਸ਼ਤਾ ਕੀਤਾ ਵੀ ਸੀ ਇਹ ਵਿੱਚ ਰਾਏ ਬੁਲਾਰ ਜੀਆਂ ਨੇ ਨਾਲ ਪੈ ਕੇ ਵਿੱਚ ਜਿਵੇਂ ਸ਼ਬਦ ਵਰਤ ਲਈਏ ਵਿਚੋਲੇ ਦਾ ਕਾਰਜ। ਜਦੋਂ ਸੁਣਿਆ ਕਿ ਭਾਈਆ ਜੈ ਰਾਮ ਜੀ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਆਏ ਹਨ ਤੇ ਰਾਏ ਬੁਲਾਰ ਜੀਆਂ ਨੇ ਕੋਲ ਬੁਲਾ ਲਿਆ। ਜਦੋਂ ਪਤਾ ਲੱਗਾ ਵੀ ਆਏ ਹੋਏ ਹਨ ਇੱਥੇ ਘਰ ਦੇ ਅੰਦਰ, ਮਹਿਤਾ ਕਾਲੂ ਜੀਆਂ ਦੇ ਗ੍ਰਹਿ ਦੇ ਅੰਦਰ ਆਏ ਹੋਏ ਹਨ, ਤੇ ਕਹਿੰਦੇ ਉਹਨਾਂ ਨੇ ਰਾਏ ਬੁਲਾਰ ਜੀਆਂ ਨੇ ਸੁਨੇਹਾ ਭੇਜਿਆ ਕਿ ਤੁਸੀਂ ਥੋੜਾ ਸਮਾਂ ਮੇਰੇ ਕੋਲ ਵੀ ਆਇਓ। ਆਏ ਮਿਲਿਓ ਪਲੀ ਰੀਤ ਕਰੀ ਸਨਮਾਨ ਕੀ। ਬੜੀ ਆਣ ਕਰਕੇ ਮਿਲੇ ਹਨ, ਬੜੇ ਸਨਮਾਨ ਸਹਿਤ। ਕੁਸ਼ਲ ਪ੍ਰਸੰਗ ਕਰ ਰਿਦੇ ਮੈਂ ਆਨੰਦ ਤਾਰੇ। ਘਰ ਦਾ ਹਾਲ ਚਾਲ ਪੁੱਛਿਆ, ਕੁਸ਼ਲ ਮੰਗਲ ਪੁੱਛਿਆ ਵੀ ਹਾਂ ਸਾਰੀ ਸੁੱਖ ਸਾਂਦ ਹੈ ਸੁਲਤਾਨਪੁਰ ਲੋਧੀ ਦੀ ਧਰਤੀ ਤੇ। ਰਾਏ ਬੁਲਾਰ ਜੀਆਂ ਦੇ ਬਾਬਤ ਵੀ ਪੁੱਛਿਆ, ਰਾਏ ਬੁਲਾਰ ਜੀਆਂ ਨੂੰ ਪੁੱਛਿਆ, ਭਾਈਆ ਜੈ ਰਾਮ ਜੀਆਂ ਨੇ ਕੁਸ਼ਲ ਮੰਗਲ ਪੁੱਛ ਕਰਕੇ ਬੋਲਿਓ ਸਮਝਾਨ ਇਤ ਬਿਦ ਗਤ ਦਾਨ ਕੀ। ਔਰ ਰਾਏ ਬੁਲਾਰ ਜੀ ਕੁਝ ਇੱਕ ਨਾ ਜਿਵੇਂ ਜ਼ਰੂਰੀ ਕੰਮ ਗੱਲ ਕੋਈ ਕਰਨੀ ਹੋਵੇ ਸਾਰੀ ਗੱਲਬਾਤ ਕਰਕੇ ਰਾਏ ਬੁਲਾਰ ਜੀਆਂ ਨੇ ਭਾਈਆ ਜੈ ਰਾਮ ਜੀਆਂ ਨੂੰ ਜਿਸ ਕਾਰਜ ਹਿੱਤ ਬੁਲਾਇਆ ਸੀ ਉਹ ਗੱਲ ਸ਼ੁਰੂ ਕੀਤੀ ਵੀ ਮੈਂ ਤੈਨੂੰ ਬੁਲਾਇਆ ਕਿਉਂ ਸੀ, ਕੋਈ ਬੜਾ ਤੇਰੇ ਨਾਲ ਜ਼ਰੂਰੀ ਕੰਮ ਸੀ। ਭਾਈਆ ਜੈ ਰਾਮ ਜੀ ਨੂੰ ਲੱਗੇ ਕਹਿਣ ਬੜਾ ਇੱਕ ਜ਼ਰੂਰੀ ਤੁਹਾਡੇ ਨਾਲ ਕੋਈ ਮੈਂ ਗੱਲ ਸਾਂਝੀ ਕਰਨੀ ਸੀ। ਕਲਾਵਾਨ ਨਾਨਕ ਸੋ ਜਾਨ ਕੋ ਤੂੰ ਭੱਲੇ ਮਾਨ। ਧੰਨ ਗੁਰੂ ਨਾਨਕ ਦੇਵ ਮਹਾਰਾਜ, ਕਿਉਂਕਿ ਰਾਏ ਬੁਲਾਰ ਜੀਆਂ ਨੇ ਤਾਂ ਸਾਰੇ ਉਹ ਝਲਕਾਰੇ ਉਹਨਾਂ ਪ੍ਰਤੱਖ ਵੇਖੇ। ਰਾਏ ਬੁਲਾਰ ਜੀ ਭਾਈਆ ਜੈ ਰਾਮ ਜੀ ਨੂੰ ਲੱਗੇ ਕਹਿਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਤੁਸੀਂ ਆਮ ਨਹੀਂ ਕੋਈ, ਬੜੇ ਉਹ ਸੁਜਾਨ ਹਨ। ਕਲੈ ਕਰਤ ਕਾਲੂ ਸਮਝ ਨਾ ਸਿਆਨ ਕੀ। ਪਰ ਜੋ ਤੁਹਾਡੇ ਸਹੁਰੇ ਹਨ ਸਤਿਕਾਰਯੋਗ ਮਹਿਤਾ ਕਾਲੂ ਜੀ, ਮਹਿਤਾ ਕਲਿਆਣ ਦਾਸ ਜੀ, ਉਹ ਦੁਨਿਆਵੀ ਪੁਰਸ਼ ਹਨ। ਉਹ ਬੜੀ ਕਲਾ ਹੈ, ਕਈ ਵਾਰ ਬੜੀ ਕੋਈ ਘਰ ਦੇ ਅੰਦਰ ਗੱਲਬਾਤ ਹੁੰਦੀ ਹੈ, ਤੁਹਾਨੂੰ ਤਾਂ ਚਲੋ ਪਤਾ ਨਹੀਂ ਲੱਗਦਾ, ਮੈਂ ਇੱਥੇ ਕੋਲ ਹਾਂ, ਬੜੀ ਵਾਰ ਕੋਈ ਵਾਰ ਆ ਨੌਬਤ ਆ ਜਾਂਦੀ ਹੈ। ਤੇ ਮੈਂ ਤੁਹਾਨੂੰ ਇਹ ਸਮਝਾਉਣ ਵਾਸਤੇ ਤੁਹਾਡੇ ਨਾਲ ਮੈਂ ਕੋਈ ਨੁਕਤਾ ਜ਼ਰੂਰ ਸਾਂਝਾ ਕਰਨਾ ਸੀ ਕਿ ਉਹ ਬੜੇ ਸੁਜਾਨ ਹਨ, ਤੁਸੀਂ ਵੀ ਕੋਈ ਨਾ ਕੋਈ ਧਿਆਨ ਕਰੋ। ਮੇਰੋ ਕਹਿਓ ਮਾਨ ਨਿਜ ਰਾਖੋ ਘਰ ਮਾਨ ਸਨ। ਮੇਰੀ ਇੱਕ ਇੱਛਾ ਹੈ ਵੀ ਚਲੋ ਜੇ ਇੱਥੇ ਨਹੀਂ ਕੁਝ ਇੱਕ ਦਿਨ ਤੁਹਾਡੇ ਨਾਲ ਤੁਹਾਡੀ ਨਗਰੀ ਵਿੱਚ ਬਾਅਦ ਵਿੱਚ ਜਾ ਆਏਗਾ। ਹੁਣ ਤੁਸੀਂ ਆਏ ਹੋ ਤੁਹਾਡੇ ਜਾਣ ਤੋਂ ਪਛਾਤ ਵੀ ਚਲੋ ਜੇ ਇੱਥੇ ਪਿਤਾ ਤੇ ਪੁੱਤਰ ਦੀ ਆਪਸ ਦੇ ਅੰਦਰ ਕੋਈ ਨਾ ਕੋਈ ਨੋਕ ਝੋਕ ਹੋ ਜਾਂਦੀ ਹੈ, ਕੋਈ ਗੱਲ ਨਹੀਂ, ਥੋੜੇ ਇੱਕ ਸਮਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬਾਬਤ ਕਹਿ ਰਹੇ ਨੇ ਰਾਏ ਬੁਲਾਰ ਜੀ, ਕਿਹਨਾਂ ਨੂੰ? ਭਾਈਆ ਜੈ ਰਾਮ ਜੀ ਨੂੰ, ਵੀ ਕੁਝ ਇੱਕ ਦਿਨ ਸਮਾਂ ਤੁਹਾਡੇ ਕੋਲ ਆਉਣਗੇ। ਉੱਤੇ ਕਿਤ ਥਾਨ ਬਿਦ ਵਿਆਹ ਕੀ ਮਲੀ ਜੀਏ। ਹੁਣ ਚਲੋ ਤੁਸੀਂ ਵੀ ਸਿਆਣੇ, ਤੁਹਾਡੇ ਨਾਲ ਵੀ ਭਲੇ ਪਰਿਵਾਰ ਜੁੜੇ ਹੋਏ ਹਨ, ਔਰ ਉੱਥੇ ਹੀ ਕੋਈ ਨਾ ਕੋਈ ਆਪਾਂ ਜੋਗ ਘਰ ਵੇਖ ਕਰਕੇ ਆਪਾਂ ਇਹਨਾਂ ਦੇ ਵਿਆਹ ਦੇ ਕਾਰਜ ਰਚਾ ਦੇਵਾਂਗੇ। ਸੇਵੋ ਸਭ ਭਾਂਤ ਸੋ ਮਿਟਾਏ ਮਨ ਪ੍ਰਾਤਮੀਤ। ਸਭ ਤਰ੍ਹਾਂ ਨਾਨਾ ਪ੍ਰਕਾਰ ਇਹਨਾਂ ਦੀ ਤੁਸਾਂ ਨੇ ਸੇਵਾ ਕਰਨੀ ਹੈ। ਕੂਲ ਹੋ ਨਾ ਪ੍ਰਤੀਕੂਲ ਹੋਨੀ ਮਤ ਕੀਜੀਏ। ਦੇਖਿਓ ਮਤਾ ਕਿਤੇ ਤੁਸੀਂ ਦੁਨਿਆਵੀ ਰਿਸ਼ਤਾ ਆਪਣੀ ਅੱਖਾਂ ਸਾਹਮਣੇ ਲੈ ਆਇਓ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿ ਰਹੇ ਨੇ ਰਾਏ ਬੁਲਾਰ ਜੀ ਭਾਈਆ ਜੈ ਰਾਮ ਜੀ ਨੂੰ, ਵੇਖਿਓ ਪ੍ਰਤੀਕੂਲ ਆਪਣੇ ਹਿਰਦੇ ਅੰਦਰ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਪ੍ਰਤੀ ਕੋਈ ਉਲਟ ਵਿਚਾਰ ਨਾ ਲੈ ਆਇਓ ਆਪਣੀ ਮਤ ਦੇ ਅੰਦਰ। ਕਿਤੇ ਦੁਨਿਆਵੀ ਰਿਸ਼ਤਾ ਕਹਿ ਦਿਓ ਵੀ ਸਾਡਾ ਰਿਸ਼ਤਾ ਵੱਡਾ ਹੈ ਇਸ ਘਰ ਦੇ ਨਾਲ, ਨਹੀਂ, ਇਹ ਬੜੇ ਸੁਜਾਨ ਹਨ, ਇਹ ਕੋਈ ਆਮ ਨਹੀਂ, ਇਹ ਪ੍ਰਤੱਖ ਭਗਵਾਨ ਦਾ ਹੀ ਰੂਪ ਹਨ। ਸਵਾਰਥ ਪਰਮਾਰਥ ਮੈਂ ਜਨਮ ਪਦਾਰਥ ਕੋ। ਸੰਸਾਰ ਦੇ ਜਿੰਨੇ ਵੀ ਪਰਮਾਰਥ ਜਾਂ ਸਵਾਰਥ ਇਤਿਆਦ ਹਨ, ਚਾਹੋ ਜੇ ਸਕਾਰ ਤਾ ਤੋ ਨੀਕੇ ਲਖ ਲੀਜੀਏ। ਹਾਂ, ਜੇ ਤੁਸੀਂ ਚਾਹੁੰਦੇ ਹੋ ਸਵਾਰਥ ਆਦ ਅੰਦਰ ਦੀਆਂ ਜੋਦੜੀਆਂ ਜਾਂ ਜੋ ਵੀ ਤੁਹਾਡੇ ਅੰਦਰ ਦੀ ਚਾਹਨਾ ਹੈ, ਜੇ ਤੁਸੀਂ ਚਾਹੁੰਦੇ ਹੋ ਕਿ ਉਹ ਮੇਰੇ ਫਲੀਭੂਤ ਹੋ ਜਾਣ
ਤੇ ਇਹਦੀ ਮੇਰੀ ਗੱਲ ਨੂੰ ਤੁਸੀਂ ਆਪਣੇ ਪੱਲੇ ਨਾਲ ਬੰਨ ਲਵੋ। ਏਕ ਤੋ ਕਹਿਨ ਮੇਰੋ ਦੂਜੇ ਸਨ ਬੰਦ ਤੇਰੋ। ਵੇਖੋ ਮੇਰੀ ਤੁਸੀਂ ਗੱਲ ਧਿਆਨ ਨਾਲ ਸੁਣੋ। ਇੱਕ ਤਾਂ ਮੈਂ ਤੁਹਾਨੂੰ ਕਿਹਾ ਹੈ, ਮੇਰੀ ਬੇਨਤੀ ਰਾਏ ਬੁਲਾਰ ਜੀ ਕਹਿ ਰਹੇ ਨੇ ਭਾਈਆ ਜੈ ਰਾਮ ਨੂੰ, ਇੱਕ ਤਾਂ ਮੈਂ ਤੁਹਾਨੂੰ ਕਿਹਾ, ਦੂਜਾ ਤੁਹਾਡਾ ਉਸ ਘਰ ਦੇ ਨਾਲ ਸੰਬੰਧ ਹੈ। ਤੀਜੇ ਨਿਜ ਪੱਲਾ ਹੇਰੋ ਸੇਵਾ ਮੈਂ ਪ੍ਰਸੀਜੀਏ। ਤੀਜੀ ਗੱਲ ਬਈ ਸੇਵਾ ਜੇ ਤੁਸੀਂ ਕਰੋਗੇ ਉਹਨਾਂ ਦੀ, ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ, ਤਾਂ ਅਤਿਅੰਤ ਭਲਾ ਹੋਵੇਗਾ। ਇੱਕ ਤਾਂ ਮੈਂ ਕਿਹਾ, ਦੂਜਾ ਉਹ ਤੁਹਾਡੇ ਨਾਲ ਸੰਬੰਧੀ ਹਨ, ਤੀਜਾ ਜੇ ਤੁਸੀਂ ਵੱਡੀ ਗੱਲ ਜੇ ਉਹਨਾਂ ਦੀ ਤੁਸੀਂ ਸੇਵਾ ਦੇ ਅੰਦਰ ਜੁੜੋਗੇ, ਆਪਾਂ ਨੂੰ ਦੁਨਿਆਵੀਆਂ ਨੂੰ ਨਹੀਂ ਪਤਾ, ਜੇ ਤੁਸੀਂ ਉਹਨਾਂ ਦੀ ਸੇਵਾ ਵਿੱਚ ਜੁੜੋਗੇ ਤਾਂ ਅਤਿਅੰਤ ਤੁਹਾਡਾ ਭਲਾ ਹੋਵੇਗਾ। ਦੋਹਰਾ ਕਲਹੀ ਕਾਲੂ ਕਲੈ ਕਰ ਜਾਂ ਤੇ ਰਹੇ ਉਦਾਸ। ਮਹਿਤਾ ਕਾਲੂ ਜੀ ਸੰਸਾਰੀ ਹਨ, ਉਹ ਕੋਈ ਨਾ ਕੋਈ ਗੱਲ ਤੋਂ ਜਦੋਂ ਪੁੱਤਰ ਗਲਤੀ ਕਰਦਾ ਛੇਤੀ ਨਾਰਾਜ਼ ਗੁੱਸੇ ਹੋ ਜਾਂਦੇ ਹਨ। ਉਹਨਾਂ ਨਾਲ ਕੋਈ ਨਾ ਕੋਈ ਕਲਹ ਕਲੇਸ਼ ਖੜਾ ਹੋ ਜਾਂਦਾ ਹੈ ਪਿਓ ਪੁੱਤਰ ਦੇ ਅੰਦਰ, ਜਿਹਦੇ ਕਾਰਨ ਉਹਨਾਂ ਦਾ ਚਿੱਤ ਉਦਾਸ ਰਹਿੰਦਾ। ਉਧਰੋਂ ਪਿਤਾ ਜੀ ਵੀ ਉਦਾਸ ਨੇ, ਪਿਤਾ ਜੀ ਵੀ ਕਲੇਸ਼ ਖੜਾ ਕਰਕੇ ਕਿਹੜਾ ਖੁਸ਼ ਹੁੰਦੇ ਹੋਣਗੇ ਪੁੱਤਰ ਨਾਲ, ਉਹਨਾਂ ਦਾ ਵੀ ਚਿੱਤ ਉਪਰਾਮ ਰਹਿੰਦਾ ਹੈ। ਇਧਰੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਵੀ ਉਦਾਸ ਰਹਿੰਦੇ ਨੇ। ਘਰ ਦੇ ਅੰਦਰ ਕਈ ਵਾਰ ਤਾਂ ਆਪਸ ਵਿੱਚ ਬੋਲਦੇ ਤੱਕ ਨਹੀਂ, ਆਪਸ ਦੇ ਅੰਦਰ ਕਈ ਵਾਰ ਜਦੋਂ ਕੋਈ ਬੋਲਬਾਲਾ ਆਪਸ ਵਿੱਚ ਹੋ ਜਾਂਦਾ ਹੈ ਤੇ ਮਹਾਰਾਜ ਉਦਾਸ ਹੋ ਜਾਂਦੇ ਹਨ। ਜਾਓ ਜਬੇ ਨਿਜ ਸਦਨ ਕੋ ਪੁਨ ਪਠਵੋ ਤੁਮ ਪਾਸ। ਜਦੋਂ ਤੁਸੀਂ ਆਪਣੇ ਘਰ ਵਿੱਚ ਚਲੇ ਜਾਓਗੇ ਫਿਰ ਮੈਂ ਉਹਨਾਂ ਨੂੰ ਤੁਹਾਡੇ ਕੋਲ ਭੇਜ ਦਵਾਂਗਾ। ਰਾਏ ਬੁਲਾਰ ਜੀ ਨੇ ਭਾਈਆ ਜੈ ਰਾਮ ਜੋ ਲੈਣ ਆਏ ਹਨ ਆਪਣੇ ਸੁਪਤਨੀ ਸਤਿਕਾਰਯੋਗ ਬੇਬੇ ਨਾਨਕੀ ਜੀਆਂ ਨੂੰ ਇਹ ਸ਼ਬਦ ਸਾਧ ਸੰਗਤ ਜੀਓ ਉਸ ਦਿਨ ਕਹੇ ਹਨ। ਸਵਈਆ ਜੈ ਰਾਮ ਤਬੇ ਹਰ ਖਾਏ ਰੇ ਦੇ। ਬੜੇ ਹਿਰਦੇ ਦੇ ਅੰਦਰ ਅਤਿਅੰਤ ਪ੍ਰਸੰਨ ਹੋਏ। ਸਤਿਕਾਰਯੋਗ ਭਾਈਆ ਜੈ ਰਾਮ ਜੀ ਹਿਰਦੇ ਅੰਦਰ ਇੰਨੀ ਗੱਲ ਸੁਣ ਕੇ ਨਾ ਬੜੇ ਖੁਸ਼ ਹੋਏ। ਜਦੋਂ ਇੰਨੀ ਗੱਲ ਸੁਣੀ ਕਿ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਬਾਬਤ ਵੀ ਮੈਨੂੰ ਸੇਵਾ ਦਾ ਮੌਕਾ ਮਿਲੇਗਾ, ਕਹੇ ਭਾਗ ਜਾਗੇ ਆਪਨੇ ਵੱਡ ਜਾਨੋ। ਮੇਰੇ ਵੱਡੇ ਭਾਗ ਹਨ, ਮੇਰੇ ਵੱਡੇ ਭਾਗ ਜਾਗੇ ਹਨ ਜੋ ਮੈਨੂੰ ਇਹ ਸੇਵਾ ਦਾ ਅਵਸਰ ਪ੍ਰਾਪਤ ਹੋਇਆ ਹੈ। ਜਿਨ ਕੀ ਉਪਮਾ ਤੁਮ ਆਪ ਕਰੋ। ਰਾਏ ਬੁਲਾਰ ਜੀ ਵੀ ਕੋਈ ਆਮ ਇਨਸਾਨ ਤਾਂ ਨਹੀਂ। ਕਹਿੰਦੇ ਜਿਨ੍ਹਾਂ ਦੀ ਉਪਮਾ ਤੁਸੀਂ ਆਪਣੇ ਬਤੀਸੇ ਵਿੱਚੋਂ, ਤੁਸੀਂ ਆਪਣੀ ਰਸਨਾ ਤੋਂ ਤੁਸੀਂ ਆਪ ਕੀਤੀ ਹੈ। ਸੋ ਚਲੇ ਮਮ ਤਾਮ ਕਿਰਤਾਰਥ ਮਾਨੋ। ਉਹ ਮੇਰੇ ਘਰ ਜਾਣਗੇ, ਮਮ ਧਾਮ ਜਾਣਗੇ ਤਾਂ ਮੈਂ ਆਪਣੇ ਆਪ ਨੂੰ ਵੱਡੇ ਭਾਗ, ਮੇਰੇ ਕਾਰਜ ਸਫਲੇ ਹਨ, ਕਿਰਤਾਰਥ ਵੱਡੇ ਭਾਗ। ਜੇ ਉਹ ਮੇਰੇ ਸੰਗ ਜਾਂ ਸਾਡੇ ਗ੍ਰਹਿ ਦੇ ਅੰਦਰ ਉੱਥੇ ਉਹ ਠਹਿਰਨਗੇ। ਤਨ ਤੇ ਮਨ ਤੇ ਜਨ ਤੇ। ਮੈਂ ਤਨ ਤੋਂ ਮਨ ਤੋਂ ਧਨ ਤੋਂ ਸੇਵਾ ਦੇ ਅੰਦਰ ਮਹਾਰਾਜ ਜੀਆਂ ਦੀ ਕੋਈ ਕਮੀ ਨਾ ਰਹਿਣ ਦਵਾਂਗਾ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਵੇਖੋ ਸਾਧ ਸੰਗਤ ਜੀ, ਤੇ ਰਹਿਣ ਵੀ ਨਹੀਂ ਦਿੱਤੀ। ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਜਦੋਂ ਆਪਾਂ ਅਗਾਂਹ ਦਰਸ਼ਨ ਕਰਾਂਗੇ ਇਤਿਹਾਸ ਦੇ, ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜਦੋਂ ਤੱਕ ਸ਼ਾਦੀ ਨਹੀਂ ਸੀ ਹੋਈ, ਮਹਾਰਾਜ ਇੱਕ ਛੋਟੇ ਘਰ ਦੇ ਅੰਦਰ ਰਹਿੰਦੇ ਸਨ। ਬੇਬੇ ਨਾਨਕੀ ਜੀਆਂ ਦਾ ਘਰ ਜਿੱਥੇ ਆਪਾਂ ਸੁਲਤਾਨਪੁਰ ਲੋਧੀ ਜਿਨ੍ਹਾਂ ਸੰਗਤਾਂ ਨੇ ਦਰਸ਼ਨ ਦਾਰਤ ਕੀਤੇ ਨੇ ਗੁਰੂ ਕੇ ਬਾਗ, ਉਹ ਵੱਡਾ ਘਰ ਸੀ। ਜਿਸ ਦਿਨ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਵਿਆਹ ਦੇ ਕਾਰਜ ਹੋਏ, ਸ਼ਾਦੀ ਹੋਈ, ਬੇਬੇ ਨਾਨਕੀ ਜੀਆਂ ਨੇ ਇੱਕ ਗੱਲ ਕਹੀ ਆਪਣੇ ਪਤੀ ਸਤਿਕਾਰਯੋਗ ਭਾਈਆ ਜੈ ਰਾਮ ਜੀ ਨੂੰ ਵੀ ਆਪਾਂ ਇਹ ਘਰ ਖਾਲੀ ਕਰਨਾ ਹੈ। ਉਹਨਾਂ ਪੁੱਛਿਆ ਕਿਉਂ? ਕਹਿੰਦੇ ਇਹ ਘਰ ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਪੀਰ ਜੀਆਂ ਨੂੰ ਦੇਣਾ ਹੈ। ਕਹਿੰਦੇ ਆਪਾਂ ਛੋਟੇ ਘਰ ਵਿੱਚ ਚਲੇ ਜਾਵਾਂਗੇ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਹਿੰਦੇ ਆਪਾਂ ਛੋਟੇ ਘਰ ਵਿੱਚ ਜਾਵਾਂਗੇ। ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਵਾਸਤੇ ਵੱਡਾ ਘਰ ਸੀ ਨਾ ਜਿਹੜਾ, ਉਹ ਖਾਲੀ ਕਰ ਦਿੱਤਾ ਬੇਬੇ ਨਾਨਕੀ ਜੀ।
ਆਪ ਛੋਟੇ ਘਰ ਦੇ ਅੰਦਰ ਜੇ ਥਾਂ ਸੀ ਜਿੱਥੇ ਮਹਾਰਾਜ ਜਿੱਥੇ ਪਹਿਲਾਂ ਇਕੱਲੇ ਰਹਿੰਦੇ ਸਨ, ਫਿਰ ਉਹ ਘਰ ਦੇ ਅੰਦਰ ਬੇਬੇ ਨਾਨਕੀ ਜੀ ਆਣ ਕੇ ਉੱਥੇ ਉਹਨਾਂ ਨੇ ਨਿਵਾਸ ਕੀਤਾ। ਅੱਜ ਵੀ ਉਹ ਥਾਵਾਂ ਸੁਸ਼ੋਭਤ ਨੇ, ਸੰਗਤ ਭਾਵਨਾ ਨਾਲ ਜਾ ਕੇ ਦਰਸ਼ਨ ਦੀਦਾਰ ਕਰਦੀ ਹੈ। ਐਸਾ ਸਨੇਹ ਸੀ। ਤੇ ਭਾਈਆ ਜੈ ਰਾਮ ਜੀਆਂ ਨੇ ਵੀ ਕਦੇ ਹੀਲ ਉੱਜਤ ਨਹੀਂ ਕੀਤੀ ਵੀ ਨਹੀਂ ਏਦਾਂ ਨਹੀਂ ਹੋ ਸਕਦਾ ਜਾਂ ਐਵੇਂ ਨਹੀਂ। ਉਹਨਾਂ ਨੇ ਵੀ ਸਤਿਕਾਰਯੋਗ ਬੇਬੇ ਨਾਨਕੀ ਜੀ ਦਾ ਕਿਹਾ ਹੋਇਆ, ਉਹਨਾਂ ਨੇ ਵੀ ਕਦੇ ਆਪਣੀ ਰਸਨਾ ਤੋਂ ਕਦੇ ਵੀ ਉਹਨਾਂ ਨੇ ਹੀਲ ਹੁੱਜਤ ਤੱਕ ਨਹੀਂ ਕੀਤੀ ਵੀ ਏਦਾਂ ਨਹੀਂ ਹੋਵੇਗਾ ਏਦਾਂ ਹੋਵੇਗਾ। ਉਹਨਾਂ ਨੇ ਵੀ ਸਤਿਕਾਰ ਸਹਿਤ ਬੇਬੇ ਨਾਨਕੀ ਜੀ ਦੇ ਕਹੇ ਹੋਏ ਅਲਫਾਜ਼ ਪ੍ਰੇਮ ਸਹਿਤ ਉਹਨਾਂ ਨੇ ਸੱਤ ਕਰਕੇ ਮੰਨੇ ਹਨ। ਐਸਾ ਉਹਨਾਂ ਨੇ ਸੇਵਾ ਕੀਤੀ। ਤੁਰਨ ਤੋਂ ਪਹਿਲਾਂ ਲੱਗੇ ਕਹਿਣ ਰਾਏ ਬੁਲਾਰ ਜੀਆਂ ਨੂੰ, ਕਹਿੰਦੇ ਮੈਂ ਤਨ ਤੋਂ ਮਨ ਤੋਂ ਧਨ ਤੋਂ, ਕਹਿੰਦੇ ਮੈਂ ਹਰ ਪ੍ਰਕਾਰ ਉਹਨਾਂ ਦੀ ਸੇਵਾ ਕਰਾਂਗਾ। ਸਭ ਆਇਸ ਮੈਂ ਤਿੰਨ ਕੀ ਸਿਰ ਠਾਨੋ, ਔਰ ਉਹਨਾਂ ਦਾ ਹਰ ਇੱਕ ਹੁਕਮ ਮੇਰੇ ਸਿਰ ਮੱਥੇ ਹੈ। ਕਹਿਓ ਉਠ ਬੰਦਨ ਕੀਨ ਬੁਲਾਰ ਕੋ, ਇਸ ਪ੍ਰਕਾਰ ਨਮਸਕਾਰ ਕਰਕੇ ਰਾਏ ਬੁਲਾਰ ਜੀ ਨੂੰ ਹੋਏ ਬੇਦਾਸੋ ਨਿਕੇਤ ਸਿਧਾਨੋ, ਉੱਠ ਕਰਕੇ ਆਪਣੇ ਸਹੁਰੇ ਪਰਿਵਾਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਗ੍ਰਹਿ ਵਿਖੇ ਪਹੁੰਚ ਗਏ। ਸੋਰਠਾ ਲੀਨ ਭਾਰ ਜਾ ਸਾਥ ਡੋਲੀ ਮੈਂ ਚੜਵਾਏ ਕਰ, ਔਰ ਆਪਣੇ ਸਤਿਕਾਰਯੋਗ ਸੁਪਤਨੀ ਬੇਬੇ ਨਾਨਕੀ ਜੀਆਂ ਨੂੰ ਡੋਲੇ ਵਿੱਚ ਬਿਠਾ ਕਰਕੇ ਸਾਧ ਸੰਗਤ ਜੀਓ ਮਿਲ ਸ਼੍ਰੀ ਨਾਨਕ ਸਾਥ ਸਾਸ ਸਸੁਰ ਕੋ ਨਮੋ ਕਰ। ਔਰ ਭਾਈਆ ਜੈ ਰਾਮ ਜੀ ਸਤਿਕਾਰਯੋਗ ਮਹਿਤਾ ਕਾਲੂ ਜੀ, ਮਾਤਾ ਤ੍ਰਿਪਤਾ ਜੀ, ਉਹਨਾਂ ਦੇ ਚਰਨੀ ਹੱਥ ਲਾਇਆ। ਤੁਰਨ ਤੋਂ ਪਹਿਲਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਝੁਕ ਕਰਕੇ ਮਿਲੇ। ਸਨੇ ਸਨੇ ਪ੍ਰਸਥਾਨ ਯੁਤ ਦਾਸਨ ਕੇ ਕਰ ਗਇਓ, ਹੌਲੀ ਹੌਲੀ ਦਾਸਾਂ ਸਹਿਤ ਉਹਨਾਂ ਨੇ ਡੋਲੀ ਚਾਈ। ਦਾਸਾਂ ਨੇ ਤੇ ਹੌਲੀ ਹੌਲੀ ਰਾਏ ਭੋਏ ਦੀ ਤਲਵੰਡੀ ਤੋਂ ਭਾਈਆ ਜੈ ਰਾਮ ਜੀ ਵਾਪਸ ਸੁਲਤਾਨਪੁਰ ਲੋਧੀ ਆਪਣੇ ਗ੍ਰਹਿ ਘਰ ਵਿਖੇ ਪਹੁੰਚੇ ਹਨ। ਸਿਮਰਤ ਉਸਤਤੀ ਬਖਾਨ ਸ਼੍ਰੀ ਨਾਨਕ ਕੋ ਦੰਪਤੀ, ਸੁਭਾਗ ਜੋੜੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀਆਂ ਬਾਤਾਂ ਕਰਦੇ। ਅੰਦਰ ਚਾਹ ਪੈਦਾ ਹੋ ਗਿਆ ਨਾ ਜਦੋਂ ਰਾਏ ਬੁਲਾਰ ਜੀਆਂ ਨੇ ਕੋਲੋਂ ਸਾਖੀ ਭਰੀ, ਗਵਾਹੀ ਭਰੀ ਵੀ ਤੁਸੀਂ ਤੁਹਾਡੇ ਕੋਲ ਮੈਂ ਭੇਜਾਂਗਾ, ਤੁਸੀਂ ਜਾਓ, ਕੋਲ ਤੁਹਾਡੇ ਕੋਲ ਮੈਂ ਥੋੜੇ ਸਮੇਂ ਬਾਅਦ ਉਹਨਾਂ ਨੂੰ ਭੇਜ ਦੇਵਾਂਗਾ। ਹੁਣ ਭਾਈਆ ਜੈ ਰਾਮ ਜੀ ਬੇਬੇ ਨਾਨਕੀ ਤੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਬਾਬਤ ਪੁੱਛਦੇ ਨੇ, ਪੁੱਛਦੇ ਹਨ ਉਹਨਾਂ ਦੇ ਜੀਵਨ ਬਾਬਤ, ਉਹਨਾਂ ਦੇ ਕਿਸ ਪ੍ਰਕਾਰ ਉਹਨਾਂ ਨੇ ਵਿਦਿਆ ਗ੍ਰਹਿਣ ਕੀਤੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਗੁਣਾਂ ਨੂੰ ਸੁਭਾਗ ਜੋੜੀ ਯਾਦ ਕਰਦੀ ਹੈ। ਸਵਈਆ ਤਾਪਸ ਚਾਤ ਰਹੇ ਜਸ ਪਾਤ ਕਹੋ। ਇੱਥੇ ਭਾਈ ਬਾਲਾ ਜੀ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਨੂੰ ਜਿਸ ਪ੍ਰਕਾਰ ਸਰਵਣ ਕਰਵਾ ਰਹੇ ਹਨ, ਸੰਗਤ ਨੂੰ ਇਹ ਸਾਰਾ ਬਿਰਤਾਂਤ ਸਰਵਣ ਕਰਵਾ ਰਹੇ ਨੇ। ਕਹਿਣ ਲੱਗੇ ਸਾਧ ਸੰਗਤ ਜੀ ਉਸ ਤੋਂ ਬਾਅਦ ਦਾ ਆਪ ਬਿਰਤਾਂਤ ਸਰਵਣ ਕਰੋ। ਤਸ ਗਾਥ ਸੋਨੋ ਸੁਖ ਦਾਨੀ, ਕਹਿੰਦੇ ਉਹ ਸੁਖਾਂ ਦੀ ਦਾਨੀ ਕਥਾ, ਸੁਖ ਦੇਣ ਵਾਲੀ ਕਥਾ ਸੰਗਤ ਜੀ ਸਰਵਣ ਕਰੋ। ਯੋਗ ਕੀ ਰੀਤ ਨਿਕੇਤ ਵੇਖੈ, ਆਪਣੇ ਘਰ ਦੇ ਅੰਦਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਯੋਗ ਦੀ ਰੀਤੀ ਅਨੁਸਾਰ ਮਹਾਰਾਜ ਜੀ ਠਹਿਰੇ ਹਨ। ਵਰਤੇ ਨਿਰਲੇਪ ਵਿਖੇਪ ਤਾਹਾਨੀ, ਵਰਤ ਰਹੇ ਹਨ ਘਰ ਦੇ ਅੰਦਰ ਨਿਰਲੇਪ ਰਹਿ ਕਰਕੇ, ਵਰਤ ਰਹੇ ਹਨ ਘਰ ਦੇ ਅੰਦਰ ਨਿਰਲੇਪ ਰਹਿ ਕਰਕੇ। ਇਸ ਪ੍ਰਕਾਰ ਮਹਾਰਾਜ ਆਪਣਾ ਸਮਾਂ ਵਿਸਰ ਪਏ ਕਰਦੇ ਹਨ। ਜੈਸੇ ਬੇਦੇਹ ਰਹਿਓ ਗ੍ਰਸਤ ਆਸ਼ਰਮ, ਜਿਸ ਪ੍ਰਕਾਰ ਰਾਜਾ ਜਨਕ ਨਿਰਲੇਪ ਰਿਹਾ ਹੈ ਅੱਜ ਲੋ ਪਰ ਤੱਚ ਕਹਾਣੀ। ਕਹਿੰਦੇ ਅੱਜ ਉਹ ਜਿਹੜੀ ਕਹਾਣੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਰੂਪ ਦੇ ਅੰਦਰ, ਕਹਿੰਦੇ ਉਹ ਕਹਾਣੀ ਸੰਗਤ ਜੀਓ ਅੱਜ ਪ੍ਰਤੱਖ ਹੋ ਕੇ ਵਾਪਰੀ ਹੈ। ਸੁਣਿਆ ਤਾਂ ਹੈ ਪਰ ਵੇਖਿਆ ਅੱਜ ਹੈ ਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਿਵੇਂ ਨਿਰਲੇਪ ਪਏ ਸੰਸਾਰ ਵਿੱਚ ਹੈਨ, ਪਰ ਨਿਰਲੇਪ ਕਿਵੇਂ ਰਹਿਣਾ ਹੈ ਕੋਈ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਸਿੱਖੇ।
ਪਾਵਕ ਬੀਚ ਵਿਭੂਤ ਛਪੇ। ਜਿਸ ਪ੍ਰਕਾਰ ਸਵਾ ਦੇ ਇੱਕ ਭਾਵ ਢੇਰ ਦੇ ਹੇਠਾਂ ਕਿਤੇ ਅੱਗ ਹੋਵੇ ਤੇ ਉਹ ਛਿਪੀ ਰਹਿੰਦੀ ਹੈ, ਤਿਵ ਰਾਖੀ ਛਪਾਏ ਕਲਾ ਗੁਣ ਖਾਨੀ। ਕਹਿੰਦੇ ਇਸੇ ਤਰ੍ਹਾਂ ਗੁਣਾਂ ਦੀ ਖਾਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਛੁਪ ਕੇ ਰਹਿ ਰਹੇ ਨੇ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਗੁਣਾਂ ਦੀ ਖਾਣ ਮਹਾਰਾਜ ਰਹਿ ਰਹੇ ਨੇ ਘਰ ਦੇ ਅੰਦਰ। ਜਿਵੇਂ ਇੱਕ ਭਾਵ ਵੱਡੇ ਇੱਕ ਢੇਰ ਦੇ ਹੇਠਾਂ, ਆਦੇ ਢੇਰ ਦੇ ਹੇਠਾਂ ਕਿਤੇ ਅੱਗ ਵੀ ਭਾਵ ਉਸ ਥਾਂ ਤੇ ਪਈ ਹੋਵੇ ਨਾ, ਪਤਾ ਨਹੀਂ ਲੱਗਦਾ, ਪ੍ਰਗਟ ਨਹੀਂ ਹੈ। ਮਹਾਰਾਜ ਜੀ ਨੇ ਆਪਣੇ ਅਜੇ ਤੱਕ ਉਹ ਗੁਣਾਂ ਨੂੰ ਉਸ ਪ੍ਰਕਾਰ ਜਗਤ ਦੇ ਅੰਦਰ ਨਹੀਂ ਪ੍ਰਗਟਾਇਆ, ਰਹਿ ਰਹੇ ਨੇ ਜਿੱਥੇ ਵੀ ਕਿਸੇ ਨੇ। ਤਾਂ ਹੀ ਤਾਂ ਮਹਾਰਾਜ ਜੀਆਂ ਦੇ ਜਦੋਂ ਆਪਾਂ ਪੰਕਤੀ ਪੜ੍ਹਨੇ ਹਾਂ ਸੰਗਤ ਜੀ, ਕੋਈ ਆਖੈ ਭੂਤ ਨਾ ਕੋ ਕਹੈ ਬੇਤਾਲਾ, ਕੋਈ ਆਖੈ ਆਦਮੀ ਨਾਨਕ ਵਿਚਾਰਾ। ਕਿਸੇ ਨੇ ਕੁਛ ਕਿਹਾ, ਕਿਸੇ ਨੇ ਕੁਛ ਕਿਹਾ, ਕਿਸੇ ਨੇ ਕਿਸ ਪ੍ਰਕਾਰ ਬੋਲ ਕੇ ਕਤ ਕੋ ਪੂਤ ਸਲ ਕੋ ਪਿਤਾ ਬਨ ਕੋ ਬਾਈ ਸਭੈ ਜਸ ਗਾਇਓ। ਕਿਸੇ ਨੇ ਕਿਹਾ ਵੀ ਇਹ ਤਾਂ ਮਾਤਾ ਤ੍ਰਿਪਤਾ ਤੇ ਕਾਲੂ ਜੀਆਂ ਦਾ ਪੁੱਤਰ ਹੈ। ਕਿਸੇ ਨੇ ਕਿਹਾ ਬਾਬਾ ਸ਼੍ਰੀ ਚੰਦ ਤੇ ਬਾਬਾ ਲਖਮੀ ਦਾਸ ਜੀ ਦਾ ਪਿਤਾ ਹੈ। ਕਿਸੇ ਨੇ ਕਿਹਾ ਬੇਬੇ ਨਾਨਕੀ ਦਾ ਭਾਈ ਹੈ। ਕਿਸੇ ਨੇ ਕੁਝ, ਕਿਸੇ ਨੇ ਆਪਣੇ ਆਪਣੇ ਜਿਵੇਂ ਜਿਵੇਂ ਕਿਸੇ ਨੇ ਦਰਸ਼ਨ ਦਦਾਰ ਸੰਗਤ ਜੀਓ ਕੀਤੇ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾਨਕ ਕੋਈ ਆਖੈ ਭੂਤ ਨਾ ਕੋ ਕਹਿ ਬੇਤਾਲਾ, ਕੋਈ ਆਖੈ ਆਦਮੀ ਨਾਨਕ ਵਿਚਾਰਾ, ਭਇਆ ਦੀਵਾਨਾ ਸ਼ਾਹ ਕਾ ਨਾਨਕ ਬੌਰਾਨਾ। ਪਰ ਮਹਾਰਾਜ ਜੀ ਨੇ ਕੋਈ ਗੁੱਸਾ ਗਿਲਾ ਥੋੜਾ ਕੀਤਾ ਵੀ ਜਿੰਨੇ ਕੋਈ ਸ਼ਬਦ ਕਹੇ ਹੋਣਗੇ ਮਹਾਰਾਜ ਜੀ ਨੇ ਉਸੇ ਲਫ਼ਜ਼ ਦੇ ਅੰਦਰ ਉਸੇ ਤਰ੍ਹਾਂ ਮਹਾਰਾਜ ਜੀ ਵੀ ਕਿਤੇ ਖਲੋ ਕੇ ਉੱਤਰ ਦੇਣ ਲੱਗੇ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਹਨਾਂ ਨੂੰ ਵੀ ਕਿਹਾ ਭਾਈ ਤੇਰਾ ਭਲਾ ਹੋਵੇ, ਭਲਾ ਹੋਵੇ ਤੇਰਾ। ਜੇ ਕਿਸੇ ਨੇ ਕੋਈ ਮੰਦੇ ਚੰਗੇ ਬੋਲ ਵੀ ਬੋਲੇ। ਸੰਗਤ ਜੀ ਕੋਈ ਆਪਣੇ ਕਾਰਜ ਦੇ ਵਾਸਤੇ, ਕੋਈ ਆਪਣੇ ਕਾਰਜ ਦੇ ਵਾਸਤੇ ਜਦੋਂ ਆਪਾਂ ਅਗਾਂਹ ਸਰਵਣ ਕਰਾਂਗੇ, ਜਿੱਦਣ ਸੁਲਤਾਨਪੁਰ ਲੋਧੀ ਤੋਂ ਤੁਰਨ ਲੱਗਦੇ ਨੇ, ਦੌਲਤ ਖਾਂ ਲੋਧੀ ਪੈਰ ਪਕੜ ਕੇ ਬੈਠ ਗਿਆ ਮਹਾਰਾਜ ਜੀ ਦੇ, ਬਾਬਾ ਨਾ ਜਾਓ ਮੇਰੀ ਨਗਰੀ ਛੱਡ ਕੇ। ਸੁਲਤਾਨਪੁਰ ਲੋਧੀ ਤੋਂ ਜਦੋਂ ਮੋਦੀ ਖਾਨੇ ਦਾ ਸਾਰਾ ਹਿਸਾਬ ਕਿਤਾਬ, ਬਾਬਾ ਨਾ ਜਾਓ। ਮਹਾਰਾਜ ਕਹਿੰਦੇ ਹੁਣ ਭਾਈ ਜਾਣਾ। ਕਿੱਥੇ ਜਾਣਾ ਹੈ? ਮਹਾਰਾਜ ਕਹਿੰਦੇ ਅੱਗ ਲੱਗੀ ਹੈ, ਅੱਗ ਲੱਗੀ ਹੈ। ਦੌਲਤ ਖਾਂ ਲੋਧੀ ਕਹਿੰਦਾ ਮੈਂ ਆਪਣੇ ਆਦਮੀ ਭੇਜ ਕੇ ਬੁਝਵਾ ਦੇਣਾ ਹਾਂ, ਤੁਸੀਂ ਦੱਸੋ ਤਾਂ ਸਹੀ, ਮੈਨੂੰ ਇਸ਼ਾਰਾ ਤਾਂ ਕਰੋ। ਮਹਾਰਾਜ ਕਹਿੰਦੇ ਤੈਨੂੰ ਦਿਖਾਈ ਨਹੀਂ ਦੇਣੀ, ਲੱਗੀ ਹੈ ਸੰਸਾਰ ਦੇ ਅੰਦਰ, ਭਾਈ ਭਾਈ ਦੇ ਨਾਲ ਖਹਿ ਰਿਹਾ ਹੈ। ਸਾਲਕ ਮਿਤ ਨਾਨਕ ਦੁਨੀਆ ਕੈਸੀ ਹੋਈ, ਸਾਲਕ ਮਿਤ ਨਾ ਰਹਿਓ ਕੋਈ, ਭਾਈ ਬੰਦੀ ਹੇਤ ਚੁਕਾਇਆ ਦੁਨੀਆ ਕਾਰਨ ਦੀਨ ਗਵਾਇਆ। ਹੈ ਕਰਕੇ ਉਹ ਕਰੇਨ ਗੱਲਾਂ ਪਿੱਟਣ ਸਿਰ ਖੋਏ, ਨਾਉ ਲੈਣ ਅਰ ਕਰਨ ਸਮਾਏ। ਮਹਾਰਾਜ ਕਹਿੰਦੇ ਲੱਗੀ ਹੈ ਅੱਗ। ਜਦੋਂ ਬਾਬਾ ਦੇਖੈ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸ ਆਈ। ਬਾਝੋਂ ਗੁਰੂ ਗੁਬਾਰ ਹੈ ਕਰਦੀ ਸੁਣੀ ਲੁਕਾਈ। ਬਾਬੇ ਭੇਖ ਬਣਾਇਆ ਉਦਾਸੀ ਦੀ ਰੀਤ ਚਲਾਈ, ਚੜਿਆ ਸੋਧਣ ਧਰਤ ਲੁਕਾਈ। ਮਹਾਰਾਜ ਉਦਨ ਚੱਲਦੇ ਹਨ। ਕੋਈ ਆਮ ਬੰਦੇ ਦਾ ਕੰਮ ਸੀ, ਕੋਈ ਆਮ ਕਾਰਜ ਸੀ। ਲੋਕਾਂ ਕਿਹਾ ਬੇਤਾਲਾ, ਇਹਨੂੰ ਪਤਾ ਹੀ ਨਹੀਂ ਘਰ ਛੱਡ ਕੇ ਜਾਏਗਾ ਕਿੱਥੇ, ਜੰਗਲਾਂ ਵਿੱਚ ਜਾਏਗਾ, ਜੰਗਲੀ ਜਾਨਵਰ ਇਹਨੂੰ ਖਾ ਜਾਣਗੇ, ਕਿਹੜੇ ਪਾਸੇ ਚੱਲਾ ਹੈ, ਛੱਡ ਕੇ ਚੱਲਾ ਆਪਣੇ ਪਰਿਵਾਰ ਨੂੰ। ਕਿੰਨੀ ਸੋਹਣੀ ਨੌਕਰੀ ਸੀ ਇਹਦੀ, ਵੇਖੋ ਕਿੰਨੀ ਸੋਹਣੀ ਨੌਕਰੀ। ਮੋਦੀ ਖਾਨਾ ਵੀ ਕੋਈ ਆਮ ਨਹੀਂ, ਵੱਡਾ ਕਾਰਜ ਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ। ਵੱਡੇ ਕਾਰਜ ਤੇ ਸਤਿਗੁਰੂ ਮਹਾਰਾਜ ਜੀਆਂ ਦੀ ਉਸ ਵਕਤ ਨੌਕਰੀ ਸੀ। ਇਹਨੇ ਛੱਡ ਦਿੱਤਾ, ਸੋਹਣੀ ਨੌਕਰੀ ਪਿਆ ਕਰਦਾ ਸੀ, ਹੁਣ ਕਿੱਥੇ ਜਾਏਗਾ। ਆ ਨਾਲ ਲੈ ਲਿਆ ਇਹਨੇ ਮਰਾਸੀਆਂ ਦੇ ਪੁੱਤਰ ਨੂੰ, ਭਾਈ ਮਰਦਾਨਾ ਜੀ ਨੂੰ ਵੀ ਨਾਲ ਕਹਿੰਦੇ ਨੇ, ਕਿੰਨਾ ਕੁਝ ਕਿਹਾ ਮਹਾਰਾਜ ਜੀਆਂ ਨੂੰ। ਆ ਨਾਲ ਲੈ ਲਿਆ ਨੇ ਮਰਾਸੀਆਂ ਦੇ ਪੁੱਤਰ ਮਰਦਾਨੇ ਨੂੰ। ਅੱਜ ਉਹ ਸਤਿਕਾਰਯੋਗ ਰੂਹ ਜਿੱਥੇ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਆਪਾਂ ਯਾਦ ਕਰਦੇ ਹਾਂ, ਗੱਜ ਕੇ ਆਖੋ ਧੰਨ ਭਾਈ ਮਰਦਾਨਾ ਜੀ, ਧੰਨ ਭਾਈ। ਬਾਬਾ ਜੀ ਦੇ ਨਾਲ ਚੱਲ ਪਏ। ਕੋਈ 4 ਦਿਨ ਕਿਤੇ ਸਰਕਾਰੇ ਦਰਬਾਰੇ ਕੋਈ ਲੈ ਕੇ ਚੱਲੇ ਨਾ ਵੀ ਚੱਲ ਦੋਸਤਾ ਵੀ ਆਪਾਂ ਨੂੰ 4 ਕੁ ਦਿਨ ਕੰਮ ਹੈ ਫਲਾਣੇ ਦਾ। ਕਿੰਨੇ ਕੁ ਦਿਨ ਦੋਸਤ ਨਾਲ ਜਾਏਗਾ? ਹਫਤਾ ਤੁਰ ਜਾਏਗਾ, ਵੱਡੀ ਗੱਲ ਕੋਈ ਮਹੀਨਾ ਨਾਲ ਚਲਾ ਜਾਏਗਾ। ਇੱਕ ਦਿਨ ਤਾਂ ਹਾਰ ਕੇ ਉਹ ਵੀ ਕਵੇਗਾ ਨਾ ਵੀ ਤੂੰ ਤਾਂ ਵਿਹਲਾ ਹੈ, ਮੈਨੂੰ ਤਾਂ ਕੰਮ ਹੈ ਨਾ, ਮੈਂ ਪਿੱਛੇ ਮੇਰਾ ਕੰਮਕਾਰ ਹੈ।
ਕਿਤੇ ਇਤਿਹਾਸ ਦੇ ਅੰਦਰ ਭਾਈ ਮਰਦਾਨਾ ਸਾਹਿਬ ਬਾਬਾ ਜੀ ਦੇ ਨਾਲ ਰਹੇ। ਕਿੰਨਾ ਸਾਲ? 50-55 ਸਾਲ ਬਾਬਾ ਜੀ ਦੇ ਨਾਲ ਰਹੇ। ਕੋਈ 1 ਸਾਲ, ਕੋਈ ਦੋਸਤੀ ਚੱਲਦੀ ਹੈ 5 ਸਾਲ, ਕੋਈ 10 ਸਾਲ। ਕਿਤੇ ਨਾ ਕਿਤੇ ਤਾਂ ਫਿੱਕ ਪੈਂਦਾ ਹੈ, ਕਿਤੇ ਨਾ ਕਿਤੇ ਤਾਂ ਹਾਰ ਕੇ ਕੋਈ ਕਹਿ ਹੀ ਦਿੰਦਾ ਵੀ ਨਾ ਵੀ ਸੱਜਣਾ ਵੀ ਅੱਜ ਮੇਰੀ ਛੁੱਟੀ ਹੋਵੇ, ਨਾ ਵੀ ਮੈਂ ਨਹੀਂ। ਇੰਨਾ ਅਕੀਦਾ ਭਾਈ ਮਰਦਾਨਾ ਜੀ ਦਾ, ਇੰਨਾ ਅਕੀਦਾ। ਕਿੰਨੇ ਕਿੰਨੇ ਧਨੰਤਰ ਮਹਾਰਾਜ ਜੀਆਂ ਦੇ ਉਸ ਵਕਤ ਵੱਡੇ ਵੱਡੇ ਧਨਾੜ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਸੇਵਕ ਸਨ। ਰਾਜਾ ਸ਼ਿਵਨਾਭ ਵਰਗੇ, ਭਾਈ ਮਨਸੁਖ ਜੀ ਦੇ ਵਰਗੇ, ਮਲਸੀਆਂ ਨਗਰ ਤੋਂ ਸਾਰੀ ਇਹ ਜਿਹੜੀ ਮੰਡਲੀ ਇਕੱਠੀ ਹੋਈ ਇਹ ਸੁਲਤਾਨਪੁਰ ਲੋਧੀ ਦੀ ਧਰਤੀ ਤੇ। ਪਰ ਮਹਾਰਾਜ ਜੀਆਂ ਨੇ ਨਾਮ ਕਿਹਨਾਂ ਦਾ ਦਰਜ ਕੀਤਾ? ਭਾਈ ਮਰਦਾਨਾ ਸਾਹਿਬ ਜੀ ਵਰਗਿਆਂ ਦਾ। ਥਾਂ ਦੇ ਦਿੱਤੀ ਨਾ, ਨਾਲ ਦਰਸ਼ਨ ਕਰਨੇ ਆ ਨਾ ਪਾਵਨ ਪਵਿੱਤਰ ਬਾਣੀ ਦੇ ਵਿੱਚੋਂ ਭਾਈ ਮਰਦਾਨਾ ਸਾਹਿਬ ਨੂੰ ਨਾਲ ਰੱਖ ਲਿਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਇਹੋ ਬੇਨਤੀ ਭਾਈ ਮਰਦਾਨਾ ਸਾਹਿਬ ਜੀਆਂ ਨੇ ਕੀਤੀ, ਬਾਬਾ ਨਾ ਤੂੰ ਮੈਨੂੰ ਇੱਥੇ ਵਿਛੋੜੀ, ਨਾ ਅੱਗੇ ਵਿਛੋੜੀ, ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਬਾਬਾ ਜੀਆਂ ਨੇ ਨਾਲ ਥਾਂ ਦੇ ਦਿੱਤੀ ਆਪਣੇ ਨਾਲ। ਐਸੀ ਦੋਸਤੀ, ਐਸਾ ਸਨੇਹ ਭਾਈ ਮਰਦਾਨਾ। ਲੋਕਾਂ ਨੇ ਬੜਾ ਕੁਝ ਕਿਹਾ ਉਸ ਵਕਤ, ਕੋਈ ਘੱਟ ਕੋਈ ਲੋਕਾਂ ਗੁਜ਼ਾਰੀ। ਖੱਤਰੀ ਆਪਣਾ ਤੂੰ ਸ਼ੂਦਰਾਂ ਦੇ ਨਾਲ, ਮਰਾਸੀਆਂ ਦੇ ਨਾਲ ਬੈਠ ਕੇ ਤੂੰ ਤੁਰੇਗਾ ਕਈ ਥਾਵਾਂ। ਚਲੋ ਇਹ ਤਾਂ ਜਨਮ ਸਾਖੀਆਂ ਆਪਾਂ ਜਦੋਂ ਦਰਸ਼ਨ ਕਰਨੇ ਆ ਇਤਿਹਾਸ ਦੇ, ਕੋਈ ਕਥਾਕਾਰ ਲੱਗਾ ਹੋਵੇ, ਢਾਡੀ ਵੀਰ ਲੱਗਾ ਹੋਵੇ, ਜਿਵੇਂ ਜਿਵੇਂ ਆਪਾਂ ਇਤਿਹਾਸ ਦੇ ਵਿੱਚੋਂ ਸੰਗਤ ਜੀ ਜਨਮ ਸਾਖੀਆਂ ਵਿੱਚੋਂ ਪੜਿਆ ਜਾਂ ਜਿਹੜੇ ਜਿਹੜੇ ਸਰੋਤ ਪੜੇ, ਕਥਾਕਾਰ ਉਹ ਕਹਾਣੀ ਕਰਦਾ ਹੈ, ਉਹ ਕਹਾਣੀ ਕਰੇਗਾ। ਜਦੋਂ ਆਪਾਂ ਬੈਠ ਕੇ ਕਿਤੇ ਸੋਚਦੇ ਹੋਈਏ ਵੀ ਬਾਬਾ ਜੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਿਤੇ ਮਾਰੂ ਥਲ ਦੇ ਅੰਦਰ ਤੁਰਦੇ ਤੁਰਦੇ ਕਿਹੀਆਂ ਬਾਤਾਂ ਹੋਈਆਂ ਹੋਣਗੀਆਂ ਆਪਸ ਦੇ ਅੰਦਰ। ਕਿਤੇ ਨਾ ਕਿਤੇ 1-2 ਥਾਵਾਂ ਤੇ ਤਾਂ ਭਾਈ ਮਰਦਾਨਾ ਸਾਹਿਬ ਨੇ ਕਹਿ ਵੀ ਦਿੱਤਾ ਮਹਾਰਾਜ ਜੀਆਂ ਨੂੰ, ਬਾਬਾ ਬਈ ਮੈਂ ਹੁਣ ਆਪ ਜੀਆਂ ਦੇ ਨਾਲੋਂ ਤੁਸੀਂ ਮੈਨੂੰ ਇੱਕ ਕੰਮ ਕਰੋ, ਛੁੱਟੀ ਦਿਓ। ਮਹਾਰਾਜ ਕਹਿੰਦੇ ਕਿਉਂ ਮਰਦਾਨਿਆ, ਕਿਵੇਂ ਰਹਿ ਸੀ ਅਸਾਂ ਬਿਨਾਂ? ਤੇ ਕਿਹੜੀ ਬੇਨਤੀ ਭਾਈ ਮਰਦਾਨਾ ਸਾਹਿਬ ਜੀ ਪਏ ਕਰਦੇ ਨੇ, ਬਾਬਾ ਜਾਂ ਤਾਂ ਛੁੱਟੀ ਦੇ, ਨਹੀਂ ਤਾਂ ਆਪਣੇ ਵਰਗਾ ਮੈਨੂੰ ਹਿਰਦਾ ਦੇ ਦੇ, ਅੰਦਰ ਦੇ ਦੇ। ਜਿਵੇਂ ਤੁਹਾਨੂੰ ਭੁੱਖ ਤੇ ਤ੍ਰੇ ਸਤਾਉਂਦੀ ਨਹੀਂ, ਕਿਰਪਾ ਕਰ ਮੈਨੂੰ ਵੀ ਭੁੱਖ ਤੇ ਤ੍ਰੇ ਨਾ ਸਤਾਵੇ। ਇਹ ਕੱਲਾ ਇਹ ਨਹੀਂ ਮੰਗਿਆ ਵੀ ਚੰਗਾ ਵੀ ਮੈਂ ਚੱਲਾ ਹਾਂ, ਨਾਲ ਮੰਗ ਲਿਆ ਬਾਬਾ ਆਪਣੇ ਵਰਗਾ ਕਿਤੇ ਥੋੜਾ ਬਹੁਤਾ ਅੰਦਰ ਸਾਨੂੰ ਵੀ ਦੇ। ਮਹਾਰਾਜ ਆਪ ਜੀ ਦੀ ਕੀਰਤੀ ਗਾਇਨ ਕਰਦੇ ਹਾਂ। ਸਤਿਗੁਰੂ ਜੀ ਰਹਿਮਤ ਕਰੋ, ਖੈਰ ਰਹੋ ਵਿਚਾਰ ਵਿਚਾਰ ਲਮੇਰੀ ਨਾ ਹੋਵੇ। ਲੜੀਵਾਰ ਇਤਿਹਾਸ ਦੀ ਕੋਸ਼ਿਸ਼ ਹੁੰਦੀ ਹੈ ਵੀ ਨਾਲ ਨਾਲ ਇਤਿਹਾਸ ਪੜ੍ਹਿਆ ਜਾਏ। ਫਿਰ ਜਦੋਂ ਕੋਈ ਵਿਚਾਰ ਚੱਲਦੀ ਹੈ, ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਰਹਿ ਰਹੇ ਨੇ ਜਗਤ ਦੇ ਅੰਦਰ, ਪਰ ਅਣਜਾਣ ਲੋਕ ਉਹਨਾਂ ਨੂੰ ਨਹੀਂ ਪਏ ਜਾਣਦੇ, ਨਹੀਂ ਜਾਣ ਰਹੇ। ਰਹਿ ਰਹੇ ਨੇ ਆਪਣੇ ਜੇ ਉਹਨਾਂ ਨੇ ਗੁਣਾਂ ਨੂੰ ਜਗਤ ਦੇ ਅੰਦਰ ਵਿਦਮਾਨ ਨਹੀਂ ਕੀਤਾ। ਸੋਰਠਾ ਲਖ ਨ ਸਕੇ ਅਨਜਾਨ, ਬਕੈਸੇ ਅਸ ਮਿਲ ਪਰਸ ਪਰ। ਲਖ ਨਾ ਸਕੇ ਅਣਜਾਨ, ਨਹੀਂ ਲਖ ਰਹੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਉਪਮਾ ਨੂੰ। ਕਾਜ ਕਠਨ ਜਗ ਜਾਨ, ਬਿਨ ਮਤ ਹੋਏ ਨ ਆਵਈ। ਬਿਨਾ ਮਤ ਤੋਂ ਇਹ ਨਹੀਂ ਉਹਨਾਂ ਨੂੰ ਸਮਝ ਪਿੜ ਪੱਲੇ ਪੈ ਰਹੀ। ਇਹ ਅਤਿਅੰਤ ਕਠਨ ਕਾਜ। ਸ਼੍ਰੀ ਬੇਦੀ ਕੁਲ ਚੰਦ, ਰਹਿਤ ਸਮਾਨ ਸੁਭਾਏ ਮੈਂ। ਮਹਾਰਾਜ ਜੀ ਨਹੀਂ ਪਰਵਾਹ ਕਰਦੇ ਕਿਸੇ ਦੀ, ਨਹੀਂ ਪਰਵਾਹ ਕਰਦੇ। ਕਿਸੇ ਨੇ ਕੀ ਕਿਹਾ, ਕਿਸੇ ਨੇ ਕੀ ਕਿਹਾ, ਕਿਸੇ ਨੇ ਕਿਹਾ ਸ਼ਾਬਾਸ਼, ਕਿਸੇ ਨੇ। ਮਹਾਰਾਜ ਜੀ ਕਹਿੰਦੇ ਇੱਕ ਸਮਾਨ ਸੁਭਾਅ ਮਹਾਰਾਜ ਜੀ ਦਾ। ਕਮਲਨ ਸੇ ਮਤ ਮੰਦ, ਕੈਸੇ ਸਕੇ ਪਛਾਨ। ਭੈੜੀ ਮੱਤ ਵਾਲੇ ਮਹਾਰਾਜ ਜੀ ਨੂੰ ਕਿਵੇਂ ਪਛਾਣਨ? ਭੈੜੀ ਮੱਤ ਵਾਲੇ ਜੋ ਹੋਏ, ਇੱਥੇ ਕਵੀ ਜੀ ਲਿਖਦੇ ਉਹ ਭੈੜੀ ਮੱਤ ਵਾਲੇ ਨੇ ਜਿਹੜੇ ਮਹਾਰਾਜ ਜੀ ਨੂੰ ਇਸ ਪ੍ਰਕਾਰ ਬੋਲਦੇ ਹਨ। ਧਰਮ ਤੋਰੀਨ ਅਗਾਧ, ਅਸ ਬਿਦ ਸਮਾਂ ਬਿਤਾਵਈ। ਧਰਮ ਧਾਰਨ ਕਰਨ ਵਾਲੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਇਸ ਪ੍ਰਕਾਰ ਸਮਾਂ ਪਏ ਬਤਾ ਰਹੇ ਹਨ। ਚਲ ਕਰ ਆਇਓ ਸਾਧ, ਏਕ ਦਿਵਸ ਤਲਵੰਡੀ ਕਾ। ਇੱਕ ਦਿਨ ਕੀ ਬਣਿਆ? ਇੱਕ ਦਿਨ ਕੋਈ ਇੱਕ ਨਾ ਸਾਧੂ ਧਰਮਾਤਮਾ ਲੋਕ ਤਲਵੰਡੀ ਨਗਰੀ ਦੇ ਅੰਦਰ ਇੱਕ ਦਿਨ ਕੋਈ ਸਾਧੂ ਆਇਆ ਹੈ। ਕਬਿਤ
ਰੀਤ ਤਨ ਸੰਤਨ ਕੀ ਅਤੀਤ ਬੈਠੋ ਆਨ ਇੱਕ। ਇੱਕ ਸੰਤ ਆਣ ਕਰਕੇ ਨਗਰੀ ਵਿੱਚ ਉਹ ਆਣ ਕੇ ਬੈਠਾ ਹੈ। ਨਗਰ ਵਹਿਰ ਬਰ ਆਸਨ ਡਸਾਇ ਕੈ। ਤੇ ਨਗਰ ਤੋਂ ਬਾਹਰ ਉਹਨੇ ਆਪਣਾ, ਉਹਦੇ ਕੋਲ ਸਾਧੂ ਕੋਲ ਆਸਨ ਸੀ ਤੇ ਉਹਨੇ ਆਣ ਕੇ ਆਸਨ ਲਾਇਆ ਤੇ ਉੱਥੇ ਬੈਠ ਗਿਆ। ਤਾਹੀ ਸਮੇਂ ਸਹਿਜ ਸੁਭਾਏ ਗਏ ਨਾਨਕ ਜੀ। ਕਹਿੰਦੇ ਸਹਿ ਸੁਭਾਗ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਵੀ ਉਸ ਪਾਸੇ ਤੋਂ ਆ ਰਹੇ ਸਨ। ਇਹ ਘਟਨਾ ਹੈ ਤਲਵੰਡੀ ਦੀ। ਵੈਸੇ ਕਰ ਤਾਰ ਤਾਂ ਸੁਨਾਏ ਕੇ। ਜਿੱਥੇ ਅੰਦਰ ਜੁੜਦਾ ਹੈ ਬੰਦਾ ਉੱਥੇ ਹੀ ਜਾਂਦਾ, ਜਿੱਥੇ ਕੋਈ ਸਾਹਮਣੇ ਕੋਈ ਸਾਧੂ ਧਰਮਾਤਮਾ ਬੈਠਾ, ਕੋਈ ਉੱਥੇ ਹੋਰ ਤਾਂ ਨਹੀਂ ਜਾਣਾ। ਜਿਹਦਾ ਅੰਦਰ ਸਾਧੂ ਸੁਭਾਅ ਬਿਰਤੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਰਤਾਰ ਕਰਦੇ ਹੋਏ ਉਸ ਥਾਂ ਸਾਧੂ ਕੋਲ ਬੈਠ ਗਏ। ਕੰਚਨ ਕੀ ਮੁੰਦਰਿਕਾ ਸੋਹਾਏ ਛੁਦਰ ਆਂਗੂਰੀ ਮੈਂ। ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਕੋਲ ਬੜੀ ਇੱਕ ਸੋਹਣੀ ਛਾਪ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਉਂਗਲੀ ਵਿੱਚ ਸੀ। ਲੋਟਾ ਹੱਥ ਲੀਏ ਉਪਕਾਰੀ ਜੇ ਸੁਭਾਏ ਕੇ। ਔਰ ਹੱਥ ਦੇ ਅੰਦਰ ਬੜਾ ਇੱਕ ਸੋਹਣਾ ਲੋਟਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਪਾਸ ਸੀ। ਬੂਜਤ ਅਤੀਤ ਕੌਣ ਨਾਮ ਤੋਂ ਬਰਨ ਰੀਤ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਤੇ ਪਾਸੋਂ ਉਸ ਪਾਸੋਂ ਨਾਮ ਪੁੱਛਿਆ। ਕਹੋ ਪਰ ਤੀਤ ਨਿਜ ਚੀਤ ਕੀ ਜਨਾਇ ਕੈ। ਤੁਸੀਂ ਦੱਸੋ ਭਾਈ ਤੁਸੀਂ ਕੌਣ ਹੋ। ਨਾਨਕ ਹੈ ਨਾਮ ਨਿਰੰਕਾਰੀ ਤਨ ਵੇਖ ਜਾਨ। ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਭਾਵ ਸਾਧੂ ਧਰਮਾਤਮਾ ਪੁੱਛਦਾ ਭਾਈ ਕੌਣ ਹੋ ਤੁਸੀਂ, ਨਾਮ ਕੀ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਆਪਣਾ ਨਾਮ ਦੱਸਿਆ ਹੈ। ਖੱਤਰੀ ਕੀ ਜਾਤ ਗੋਤ ਬੇਦੀ ਮਮ ਜਾਨੀਏ। ਕਹਿੰਦੇ ਬੇਦੀ ਕੁਲ ਦੇ ਅੰਦਰ ਜਨਮ ਲਿਆ, ਖੱਤਰੀ ਜਾਤ ਹੈ। ਕਹੇ ਸੰਤ ਵਾਕ ਤੁਮ ਆਪ ਨਿਰੰਕਾਰੀ ਪਏ। ਕਹੇ ਸੰਤ ਵਾਕ, ਸੰਤਾਂ ਨੇ ਕਿਹਾ ਵੀ ਤੁਸੀਂ ਆਪਣੇ ਆਪ ਨੂੰ ਭਾਵ ਨਿਰੰਕਾਰੀ ਕਹਾਇਆ ਹੈ। ਉੱਤਰ ਬਤਾਏ ਹਮ ਕੌਣ ਤੇ ਪ੍ਰਮਾਨੀਏ। ਦੱਸੋ ਅਸੀਂ ਕੌਣ ਹਾਂ। ਰਾਵਰ ਤੋਂ ਸੰਤ ਰੂਪ ਮਤੋ ਹੈ ਅਨੂਪ ਸ਼ੁਭ। ਉਹਨੇ ਕਿਹਾ, ਸੰਤ ਨੇ ਕਿਹਾ ਭਾਈ ਅਸੀਂ ਤਾਂ ਸੰਤ ਰੂਪ ਉਸ ਪਰਮਾਤਮਾ ਦਾ ਰੂਪ ਭਾਵ ਨਿਰੰਕਾਰ ਦਾ ਰੂਪ ਹਾਂ। ਪਏ ਨਿਰੰਕਾਰ ਹੂੰ ਕੇ ਭੇਦ ਨ ਪਛਾਨੀਏ। ਮਹਾਰਾਜ ਕਹਿੰਦੇ ਜੇ ਨਿਰੰਕਾਰ ਹੋ, ਨਿਰੰਕਾਰ ਦੇ ਭੇਦ ਵੀ ਜਾਣਦੇ ਹੋ। ਸਾਧੂ ਨੂੰ ਇੰਨੀ ਬਾਤ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਇਸ ਪ੍ਰਕਾਰ ਉੱਥੇ ਬਚਨ ਬਲਾਸ ਹੋਏ। ਐਸੇ ਕਹੇ ਵਾਕ ਲੀਨੀ ਕਰ ਤੇ ਉਤਾਰ ਛਾਪ। ਇਹਨੇ ਬਚਨ ਬਲਾਸ ਕਰਦਿਆਂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਉਂਗਲੀ ਦੇ ਅੰਦਰ ਨਾ ਛਾਪ ਸੀ। ਮਹਾਰਾਜ ਜੀਆਂ ਨੇ ਉਹ ਛਾਪ ਉਤਾਰੀ। ਲੋਟੇ ਕੇ ਸਮੇਤ ਤਾਏ ਦੀਨੀ ਸੁਖ ਦਾਨੀਏ। ਕੱਲਾ ਲੋਟਾ ਨਹੀਂ ਦਿੱਤਾ, ਉਂਗਲ ਦੇ ਅੰਦਰ ਜਿਹੜੀ ਛਾਪ ਸੀ ਉਹ ਵੀ ਸਾਧੂ ਨੂੰ ਦੇ ਦਿੱਤੀ। ਜਿਵੇਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਛੋਟੀ ਆਰਬਲਾ ਦੇ ਅੰਦਰ ਕੱਪੜੇ ਉਤਾਰ ਕੇ ਲੋੜਵੰਦ ਬੱਚੇ ਨੂੰ ਦੇ ਦਿੱਤੇ ਸਨ ਆਪਣੇ ਹਾਣੀ ਨੂੰ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਜਿਹੜਾ ਨਗਨ ਸੀ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਉਂਗਲ ਤੋਂ ਛਾਪ ਉਤਾਰੀ, ਲੋਟਾ ਵੀ ਸਾਧੂ ਨੂੰ ਦੇ ਦਿੱਤਾ। ਕਾਹੇ ਪੁੰਨ ਸੰਤ ਹਮੇ ਪਹੁੰਚੀ ਸੋ ਲਿਓ ਅਬ। ਕਹਿੰਦੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਉਸ ਸਾਧੂ ਨੂੰ ਦੇ ਦਿੱਤੀ। ਨਹੀਂ ਮੋਹਿ ਕਾਮ ਨਿਜ ਧਾਮ ਲੈ ਸਿਧਾਈਏ। ਉਹ ਜਦੋਂ ਦਿੱਤੀ ਤੇ ਸਾਧੂ ਲੱਗਾ ਕਹਿਣ, ਕਹਿੰਦੇ ਕੋਈ ਗੱਲ ਨਹੀਂ ਬੱਚਾ ਤੁਸੀਂ ਆਪਣੇ ਕੋਲ ਰੱਖੋ, ਤੁਸਾਂ ਦਿੱਤੀ ਸਾਡੇ ਕੋਲ ਆ ਗਈ, ਮੈਨੂੰ ਇਹਦੇ ਨਾਲ ਕੋਈ ਕੰਮ ਨਹੀਂ, ਛਾਪ ਤੇ ਤੁਸੀਂ ਆਪਣਾ ਇਹ ਲੋਟਾ ਲੈ ਜਾਓ। ਸਾਧੂ ਨੇ ਅੱਗੇ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਫਿਰ ਵਾਪਸ ਦੇਣ ਦੀ ਕੋਸ਼ਿਸ਼ ਕੀਤੀ। ਇੱਕ ਬਾਰ ਦਏ ਕਰ ਤਾਹੀ ਕੋ ਸੋ ਲਹੇ ਹਮ। ਮਹਾਰਾਜ ਕਹਿੰਦੇ ਵੀ ਇੱਕ ਵਾਰ ਅਸੀਂ ਤੁਹਾਨੂੰ ਭੇਟਾ ਕਰ ਦਿੱਤੀ ਵਸਤੂ, ਅਸੀਂ ਵਾਪਸ ਕਿਵੇਂ ਲੈ ਸਕਦੇ ਹਾਂ। ਦੇਤ ਕਰ ਲੇਤ ਜੋਨ ਧਰਮ ਲਜਾਈਏ। ਕਹਿੰਦੇ ਲੇਤ ਕਰ ਜੇ ਅਸੀਂ ਦੁਬਾਰਾ ਫਿਰ ਲੈ ਜਾਈਏ ਸਾਡਾ ਧਰਮ ਲੱਜਤ ਹੁੰਦਾ ਹੈ। ਲੱਜਤ ਭਾਵ ਅਸੀਂ ਵਾਪਸ ਉਹ ਨਹੀਂ ਲੈ ਸਕਦੇ, ਅਸੀਂ ਤਾਂ ਤੁਹਾਨੂੰ ਉਹ ਭੇਟ ਕਰ ਦਿੱਤੀ ਹੈ। ਹੋਏ ਕੈ ਪ੍ਰਸੰਨ ਸੰਤ ਕੈਤ ਪਰ ਛਨ ਵੇਖ। ਕਹਿੰਦੇ ਸੰਤ ਲੋਕ ਉਹ ਧਰਮਾਤਮਾ ਲੋਕ ਅਤਿਅੰਤ ਪ੍ਰਸੰਨ ਹੋਇਆ। ਲੇਤ ਕਰ ਤਾਰ ਸੁਧ ਐਸੇ ਜਾਨ ਪਾਈਏ। ਕਹਿੰਦੇ ਉਹ ਕਰਤਾਰ ਅਤਿਅੰਤ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਤੋਂ ਭੇਟਾ ਲੈ ਕੇ ਅਤਿਅੰਤ ਪ੍ਰਸੰਨ ਹੋ ਕੇ ਉਹ ਚਲਾ ਗਿਆ। ਸੰਤ ਤਬ ਚਲਿਓ ਗਏ ਨਾਨਕ ਸਦਨ ਆਇਓ। ਸੰਤ ਤਾਂ ਆਪਣੀ ਨਗਰੀ ਨੂੰ ਚਲਾ ਗਿਆ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਆਪਣੇ ਘਰ ਨੂੰ ਆਏ। ਸੁੰਦਰ ਬਦਨ ਨਿਜ ਸਿੱਖ ਸੁਖ ਦਾਈਏ। ਔਰ
ਸਿੱਖਾਂ ਨੂੰ ਸੁਖ ਦੇਣ ਵਾਲੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਅਤਿਅੰਤ ਸੁੰਦਰ ਗਾਤ ਵਾਲੇ। ਕਾਲੂ ਘਰ ਦੇਖ ਕਯੋ ਕੋਪ ਮੈਂ ਬਿਸੇਖ। ਹੁਣ ਹੱਥ ਦੇ ਅੰਦਰ ਲੋਟਾ ਨਹੀਂ, ਉਂਗਲ ਦੇ ਅੰਦਰ ਛਾਪ ਨਹੀਂ, ਸਾਹਮਣੇ ਪਿਤਾ ਜੀ ਖਲੋਤੇ। ਜਦੋਂ ਕਿਸੇ ਥਾਂ ਤੇ ਕੋਈ ਫਿਰ ਬੰਦਾ ਨੁਕਸ ਕੱਢਣ ਲੱਗ ਜਾਏ ਨਾ, ਫਿਰ ਉੱਥੇ ਧੱਕੇ ਨਾਲ ਉਸੇ ਪਾਸੇ ਧਿਆਨ ਜਾਂਦਾ ਹੈ। ਤਾਂ ਚਲੋ ਭਾਵੇਂ ਨਾ ਵੀ ਜਾਂਦਾ ਧਿਆਨ, ਪਰ ਕਹਿੰਦੇ ਵੇਖ ਕਰਕੇ ਖਾਲੀ ਹੱਥ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ। ਮੁਖ ਪਾਖੇ ਦੁਰ ਬਚ ਅਬ ਸੱਚ ਕਹੋ ਮੋਏ ਕੋ। ਕਹਿੰਦੇ ਉਹਨਾਂ ਨੇ ਇੱਕੋ ਦਮ ਕਿਹਾ ਮੈਨੂੰ ਤੂੰ ਸੱਚੋ ਸੱਚ ਦੱਸ। ਲੋਟਾ ਤੈਂ ਗਵਾਏ ਛਾਪ ਦੀਨੀ ਕੌਣ ਜਾਏ ਸੁਤ। ਉਹ ਲੋਟਾ ਤੇ ਚਲੋ ਗਵਾਇਆ, ਛਾਪ ਵੀ ਤੁਸੀਂ ਗਵਾ ਕੇ ਆ ਗਏ। ਤੁਸੀਂ ਤਾਂ ਨਹੀਂ ਕਿਹਾ ਹੋਵੇਗਾ ਉਹਨਾਂ ਨੇ। ਕਹਿੰਦੇ ਲੋਟਾ ਤੇ ਤੁਸੀਂ ਗਵਾਉਣਾ ਸੀ, ਨਾਲ ਤੁਸੀਂ ਛਾਪ ਵੀ ਗਵਾ ਆਏ ਹੋ। ਸਦਾ ਦੁੱਖ ਦਾਏ ਮਤ ਆਵਤ ਨਾ ਤੋਹੇ ਕੋ। ਕਹਿੰਦੇ ਤੂੰ ਮੈਨੂੰ ਹਮੇਸ਼ਾ ਦੁੱਖ ਹੀ ਦੇਣਾ ਹੈ, ਤੂੰ ਮੈਨੂੰ ਹਮੇਸ਼ਾ ਦੁੱਖ ਹੀ ਦਿੱਤਾ ਹੈ। ਕਹਾਂ ਲੋ ਪੁਕਾਰੋ ਨਹਿ ਲੀਨ ਤੈ ਸਮਾਰੋ। ਤੂੰ ਆਪਣੇ ਸ਼ੈ ਆਪਣੀ ਤੂੰ ਵਸਤੂ ਨਹੀਂ ਸੰਭਾਲ ਸਕਦਾ। ਲੋਟਾ ਵੀ ਗਵਾਇਆ ਤੇ ਛਾਪ ਵੀ ਤੂੰ ਗਵਾ ਆਇਆ ਹੈ। ਪੌਣ ਕੀਨ ਯੋ ਉਜਾਰੋ ਮੋਰ ਕਯੋ ਜੇ ਨਾ ਪੋਹੇ ਕੋ। ਕਹਿੰਦੇ ਤੂੰ ਮੇਰਾ ਘਰ ਪਿਆ ਉਜਾੜਦਾ ਹੈ, ਤੂੰ ਮੇਰਾ ਘਰ ਕਿਉਂ ਉਜਾੜਨ ਤੇ ਲੱਕ ਬੱਧਾ ਹੈ। ਇਹ ਨਹੀਂ ਪਤਾ ਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਤਾਂ ਉਜੜਿਆਂ ਨੂੰ ਵਸਾਉਣ ਵਾਲੇ ਹਨ। ਸਤਿ ਸ੍ਰੀ ਅਕਾਲ। ਤੂੰ ਮੇਰਾ ਘਰ ਉਜਾੜਨ ਤੇ ਲੱਕ ਬੱਧਾ ਹੈ, ਪਰ ਉਹ ਸੁਖਾਂ ਦੇ ਦਾਤੇ ਤਾਂ ਵਸਾਉਣ ਵਾਲੇ ਹਨ। ਇੱਛਾ ਜਹ ਜਈਏ ਹਮ ਧਾਮ ਹੂੰ ਨਾ ਆਈਏ। ਕਹਿੰਦੇ ਜਿੱਧਰ ਤੇਰਾ ਚਿੱਤ ਹੈ ਤੂੰ ਉਧਰ ਨੂੰ ਤੁਸੀਂ ਚਲੇ ਜਾਓ, ਮੇਰੇ ਘਰ ਨਾ ਵੜੀ। ਨਿਜ ਖਾਈਏ ਜੋ ਕਮਾਈਏ ਕਯੋ ਰਿਦੇ ਪਰ ਛੋਏ ਕੋ। ਕਹਿੰਦੇ ਜੋ ਤੂੰ ਕਮਾਉਣਾ ਹੈ, ਜੋ ਤੂੰ ਖਾਣਾ ਤੂੰ ਆਪਣੇ ਹੱਥੀਂ ਕਮਾ, ਆਪਣੇ ਹੱਥੀਂ ਖਾ, ਮੇਰਾ ਘਰ ਨਾ ਉਜਾੜ। ਛੋਡੀ ਜੋ ਕਮਾਈ ਤੇਰੀ ਦੀਨੀ ਤੈਂ ਗਵਾਏ ਮੇਰੀ। ਤੂੰ ਆਪਣੀ ਤਾਂ ਕਮਾਈ ਗਵਾਈ, ਤੂੰ ਮੇਰਾ ਵੀ ਜੋ ਕਮਾਇਆ ਹੈ ਉਹ ਵੀ ਤੂੰ ਗਵਾਉਣ ਤੇ ਆਇਆ ਹੈ। ਬਨਜ ਵਿਵਹਾਰ ਕੀ ਨਾ ਮਤ ਤੇਰੇ ਪਾਸ ਹੈ। ਵਰਤੋਂ ਵਿਹਾਰ ਦੀ, ਵਪਾਰ ਦੀ, ਕਿਸੇ ਵੀ ਤਰੀਕੇ ਦੀ ਗੱਲ ਤੇਰੇ ਕੋਲ ਨਹੀਂ। ਤੂੰ ਸ਼ਨੀ ਕਰਤ ਹੂੰ ਬੋਲਤ ਖਪਤ ਨਿਤ। ਕਹਿੰਦੇ ਮੈਂ ਇਧਰੋਂ ਖਪਦਾ ਪਿਆ, ਤੁਸੀਂ ਚੁੱਪ ਕਰਕੇ ਖਲੋਤੇ ਹੋ। ਮੈਂ ਖਪ ਰਿਹਾ ਤੇਰੇ ਨਾਲ, ਤੁਸੀਂ ਚੁੱਪ ਹੋ। ਮਾਨਤ ਨਾ ਬਾਤ ਕਿਦੋਂ ਦੁੱਖ ਹੀ ਕੀ ਰਾਸ ਹੈ। ਕਿਤੇ ਮਹਾਰਾਜ ਜੀ ਨੂੰ ਦੁੱਖਾਂ ਦੀ ਰਾਸ ਕਹਿ ਦਿੱਤਾ, ਦੁੱਖਾਂ ਦੀ ਖਾਣ। ਕਹਿੰਦੇ ਤੁਸੀਂ ਤਾਂ ਦੁੱਖ ਹੀ ਮੈਨੂੰ ਦੇ ਰਹੇ ਹੋ। ਰਾਏ ਸੰਗ ਤਾਏ ਜਾਏ ਕਯੋ ਕਾਹੂ ਭੇਦ ਸਭ। ਫਿਰ ਜਦੋਂ ਵੀ ਕੋਈ ਗੱਲਬਾਤ ਹੋਣੀ ਰਾਏ ਬੁਲਾਰ ਜੀਆਂ ਦੇ ਕੋਲ, ਪਿਤਾ ਪੁੱਤਰ ਜੀਆਂ ਨੇ ਉਸ ਥਾਂ ਤੇ ਕੋਈ ਗੱਲਬਾਤ ਹੋਣੀ, ਫਿਰ ਉਹਨਾਂ ਨੇ ਵਿੱਚ ਸਾਲਸ ਪੈ ਕੇ ਗੱਲ ਨਿਬੇੜਨੀ। ਕਾਲੂ ਕੋ ਬੁਲਾਏ ਰਾਏ ਲੀਨ ਤਬ ਆਸ ਹੈ। ਮਾਰੀ ਆਵਾਜ਼ ਪਟਵਾਰੀ ਸਾਹਿਬ ਜੀ ਨੂੰ, ਮੈਂ ਤਾਂ ਕਾਲੂ ਜੀਆਂ ਨੂੰ ਵੀ ਆਓ। ਰਾਏ ਬੁਲਾਰ ਜੀਆਂ ਨੇ ਉਸ ਥਾਂ ਤੇ ਬੁਲਾਇਆ ਹੈ। ਕਹਾਂ ਤੋਏ ਪਇਓ ਨਹਿ ਮਾਨੇ ਕਿਮ ਕਹਿਓ। ਫਿਰ ਉਹਨਾਂ ਨੇ ਰਾਏ ਬੁਲਾਰ ਜੀ ਨੇ ਕਿਹਾ ਵੇਖੋ ਮੈਂ ਤਾਂ ਕਾਲੂ ਜੀ ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ ਸੀ। ਬਹੁ ਪ੍ਰਾਕ ਸਮਝੋ ਤੇਰੋ ਗਇਓ ਵਿਸ਼ਵਾਸ ਹੈ। ਵਾਰ ਤੁਹਾਨੂੰ ਆਖਣ ਦੇ ਬਾਵਜੂਦ ਵੀ ਤੁਸੀਂ ਮੇਰੀ ਗੱਲ ਨਹੀਂ ਮੰਨਦੇ। ਫਿਰ ਉਹਨਾਂ ਕਿਹਾ ਵੀ ਇਹਨੇ ਆਪਣਾ ਵਿਸ਼ਵਾਸ ਗਵਾ ਲਿਆ ਹੈ। ਦੋਹਰਾ ਪੱਥਰ ਤੇ ਨਿਠੁਰੋ ਅਧਿਕ ਜਲ ਮਮ ਬਚ ਕਿਮ ਭੇਦ। ਇਹਦਾ ਜੋ ਮੇਰੇ ਬਚਨ ਪਾਣੀ ਹਨ ਕਿੰਕੂ ਇਸ ਨੂੰ ਵਿੰਨਣ। ਭਾਵ ਮੇਰੇ ਜਿਹੜੇ ਬੋਲ ਹਨ ਮੈਂ ਤਾਂ ਇਹਨਾਂ ਦੇ ਹਿਰਦੇ ਨੂੰ ਮੈਂ ਕੋਈ ਵੀ ਗੱਲ ਕਹਾਂ ਇਹਨੂੰ ਨਹੀਂ ਲੱਗਦੀ। ਨਾਨਕ ਕਦਲੀ ਕੋਮਲੰ ਪੌਣ ਜਿਵੇਂ ਦੇ ਖੇਦ। ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਤਾਂ ਅਤਿਅੰਤ ਕੋਮਲ ਸੁਭਾਅ, ਨਿਰਮਲ ਸੁਭਾਅ ਵਾਲੇ ਹਨ। ਉਹਨੂੰ ਹਵਾ ਭਾਵ ਕਿਵੇਂ ਖੇਦ ਦੇ ਦਵੇ। ਸਵਈਆ ਨਾਨਕ ਤਾਤ ਕਈ ਤਬ ਬਾਤ। ਮੈਂ ਤਾਂ ਕਾਲੂ ਜੀਆਂ ਨੇ ਫਿਰ ਆਪਣੀ ਗੱਲ ਤੋਰੀ। ਸੁਨੋ ਕਰ ਛਾਪ ਹੂਤੀ ਸੁਧ ਨਾਈ। ਕਹਿੰਦੇ ਤੇ ਉਂਗਲ ਦੇ ਅੰਦਰ ਛਾਪ ਸੀ ਤੇ ਇਹਨੂੰ ਪਤਾ ਨਹੀਂ। ਜਾਣਤ ਨਾਹੀ ਨਾ ਕਾਹੇ ਕਰੀ। ਇਹਨੂੰ ਪਤਾ ਹੀ ਨਹੀਂ ਇਹਨੇ ਕੀਤਾ ਕੀ ਹੈ। ਇਹਦੇ ਉਂਗਲ ਦੇ ਅੰਦਰ ਛਾਪ ਸਵੇਰੇ ਸੀ ਤੇ ਹੁਣ ਇਹਦੇ ਪਾਸ ਨਹੀਂ ਹੈ। ਕਹਿ ਗੇਰ ਦਾਈ ਕੇ
ਦਈ ਕਿਸ ਪਾਹੀ। ਇਹਨੂੰ ਬਸ ਇੰਨਾ ਪੁੱਛ ਲਵੋ ਵੀ ਡਿੱਗੀ ਹੈ ਕਿ ਕਿਸੇ ਨੂੰ ਛਾਪ ਦਿੱਤੀ ਹੈ। ਮੈਂ ਤਾਂ ਇੰਨੀ ਗੱਲ ਹੀ ਪੁੱਛ ਰਿਹਾ ਹਾਂ। ਹਉ ਅਨੁਮਾਨ ਤੇ ਜਾਣਤ ਹਉ ਮਨ। ਪਰ ਮੇਰਾ ਇੱਕ ਅਨੁਮਾਨ ਹੈ। ਗੋਸ਼ਟੀ ਨਿਤ ਫਕੀਰਨ ਕਾਹੀ। ਮੇਰਾ ਇੱਕ ਅਨੁਮਾਨ ਹੈ ਵੀ ਇਹਦੀ ਸੰਗਤ ਫਕੀਰ ਲੋਕਾਂ ਦੇ ਨਾਲ ਹੈ। ਇਹਨੇ ਗਵਾਹੀ ਨਹੀਂ ਕਿਸੇ ਨੂੰ ਇਹ ਸ਼ੈ ਵਸਤੂ ਦਿੱਤੀ ਹੋਵੇਗੀ। ਦੇ ਤਿੰਨ ਕੋ ਨਾ ਬਤਾਵਤ ਹੈ ਪੁੰਨ। ਕਹਿੰਦੇ ਵਸਤੂ ਦੇ ਦਿੱਤੀ ਪਰ ਦੱਸਦਾ ਨਹੀਂ। ਬਹਿੰਦਾ ਉਹਨਾਂ ਸੰਗਤ ਦਾ ਪਤਾ ਲੱਗ ਜਾਂਦਾ ਵੀ ਫਲਾਣੀ ਥਾਂ ਤੇ। ਜਦੋਂ ਕੋਈ ਬੱਚਾ ਘਰ ਦੇ ਅੰਦਰ ਜਵਾਨ ਹੋਵੇ ਤੇ ਬੱਚੇ ਦੀ ਸੰਗਤ ਤੋਂ ਪਤਾ ਲੱਗ ਜਾਂਦਾ ਹੈ ਵੀ ਇਹਦੀ ਬਹਿਣੀ ਉੱਠਣੀ ਤੇ ਇਹਦਾ ਕੰਮਕਾਰ ਕੈਸਾ ਹੈ, ਪੁੱਤਰ ਦੀ ਸੰਗਤ ਕੈਸੀ ਹੈ। ਕਹਿੰਦੇ ਮੈਨੂੰ ਇਹਦਾ ਪਤਾ ਹੈ ਵੀ ਜਿਹੜੀ ਸੰਗਤ ਹੈ ਇਹਦੀ ਸੰਗਤ ਫਕੀਰ ਲੋਕਾਂ ਦੇ ਨਾਲ ਹੈ। ਤੇ ਜਦੋਂ ਵੀ ਕਿਤੇ ਕੋਈ ਫਕੀਰਾਂ ਨੂੰ ਵੇਖਦਾ ਕੋਈ ਨਾ ਕੋਈ ਵਸਤੂ ਗਵਾ ਕੇ ਹੀ ਆਉਂਦਾ। ਉਸ ਦਿਨ ਗਵਾ ਕੇ ਨਹੀਂ, ਭਾਵ ਉਸ ਥਾਂ ਤੇ ਦੇ ਕਰਕੇ ਆਉਂਦਾ ਹੈ। ਤੂਸ਼ਨ ਧਾਰਤ ਹੈ ਮੁਖ ਮਾਈ। ਪਰ ਹੁਣ ਤੂਸ਼ਨ ਧਾਰੀ ਹੈ, ਚੁੱਪ ਕਰਕੇ ਖਲੋਤਾ ਹੈ। ਹੋ ਕਹਤੇ ਜੇ ਸੇਵਕ ਮਾਏ ਕੈ। ਜੇ ਮੈਂ ਇਹਨੂੰ ਕੋਈ ਕਮਾਉਣ ਵਾਸਤੇ ਕਵਾਂ। ਆਨਤ ਖੋਵਤ ਹੈ ਨਾ ਵਿਚਾਰ ਕਰਈ। ਕਹਿੰਦੇ ਇਹ ਸਾਰਾ ਕੁਝ ਭਾਵ ਗਵਾ ਕਰਕੇ ਹੀ ਆਇਆ ਹੈ। ਜੋ ਇਸ ਬੈਸ ਸਮਾਨ ਹੋਤੇ। ਕਹਿੰਦੇ ਜਿਹੜੀ ਇਹਦੀ ਉਮਰ ਦੇ ਸਮਾਨ ਬੱਚੇ ਹਨ। ਕੌਣ ਕਹਿ ਰਿਹਾ ਹੈ? ਮੈਂ ਤਾਂ ਕਾਲੂ ਜੀ, ਰਾਏ ਬੁਲਾਰ ਜੀਆਂ ਨੂੰ ਨਾਲ ਕੋਲ ਖਲੋਤੇ। ਇੱਕ ਪਾਸੇ ਜਗਤ ਗੁਰੂ ਨਾਨਕ ਦੇਵ ਮਹਾਰਾਜ ਜੀ ਖਲੋਤੇ ਹੋਣਗੇ, ਇੱਕ ਪਾਸੇ ਰਾਏ ਬੁਲਾਰ ਜੀ ਖਲੋਤੇ ਨੇ, ਮੈਂ ਤਾਂ ਕਾਲੂ ਜੀ ਖਲੋਤੇ। ਕਹਿੰਦੇ ਇਹਦੀ ਉਮਰ ਦੇ ਬੱਚੇ ਤਾਂ ਕਮਾਉਂਦੇ ਹਨ, ਪਰ ਇਹ ਮੇਰੇ ਪਿੜ ਪੱਲੇ ਪਿਆ, ਮੇਰੇ ਘਰ ਨੂੰ ਗਵਾ ਰਿਹਾ ਹੈ। ਘਰ ਘਰ ਸੰਭਾਰ ਲਈ ਸਭ ਤਾਈ। ਉਹਨਾਂ ਨੇ ਤਾਂ ਬੜੀ ਬੜੀ ਭਾਰੀ ਜ਼ਿੰਮੇਵਾਰੀਆਂ ਸਾਂਭੀਆਂ ਹਨ। ਔਰ ਨਾ ਜਾਣਤ ਕਾਜ ਕਛੂ ਇਹ। ਜੇ ਇਹਨੂੰ ਹੋਰ ਕੰਮ ਕਰ ਨਹੀਂ ਆਉਂਦਾ। ਦੇਵਨ ਕੋ ਸਭ ਤੇ ਸਰਸਾਈ। ਪਰ ਘੱਟੋ ਘੱਟ ਇਹ ਆਪਣਾ ਘਰ ਤਾਂ ਨਾ ਗਵਾਵੇ। ਖਟਨਾ ਚਾਹਤ ਮੈਂ ਇਹ ਕੀ ਕਬ। ਮੈਂ ਇਹਦੇ ਤੋਂ ਕਮਾਈ ਕੁਛ ਵੀ ਨਹੀਂ ਚਾਹੁੰਦਾ। ਆਪ ਕਮਾਏ ਕੈ ਆਪ ਹੀ ਖਾਈ। ਮੈਨੂੰ ਨਹੀਂ ਲੋੜ ਇਹਦੀ ਕਮਾਈ ਦੀ, ਮੈਨੂੰ ਨਹੀਂ ਲੋੜ ਇਹਦੀ ਕਮਾਈ ਦੀ। ਬਸ ਇਹ ਆਪਣੇ ਹੱਥੀਂ ਆਪਣਾ ਕਮਾਏ ਤੇ ਖਾਏ। ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਪਿਤਾ ਜੀਆਂ ਨੇ ਸਾਧ ਸੰਗਤ ਜੀਓ ਉਸ ਵਕਤ ਤੇ ਗੱਲਬਾਤ ਉੱਥੇ ਹੋਈ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪਿਤਾ ਮਹਿਤਾ ਕਾਲੂ ਜੀ, ਸਤਿਕਾਰਯੋਗ ਰਾਏ ਬੁਲਾਰ ਜੀ, ਜਗਤ ਗੁਰੂ ਨਾਨਕ ਦੇਵ ਮਹਾਰਾਜ ਜੀ ਉੱਥੇ ਖਲੋਤੇ ਹਨ। ਬਾਤ ਹੋ ਰਹੀ ਹੈ, ਕਹਿੰਦੇ ਵੀ ਆਪਣੀ ਛਾਪ ਗਵਾ ਕੇ ਨਹੀਂ ਆਇਆ, ਫਕੀਰਾਂ ਨੂੰ ਦੇ ਕੇ ਆਇਆ ਲੱਗਦਾ। ਪਰ ਜਦੋਂ ਮੈਂ ਪੁੱਛਣਾ ਦੱਸਦਾ ਹੈ ਕੋਈ ਨਹੀਂ, ਚੁੱਪ ਕਰ ਜਾਂਦਾ ਹੈ। ਕਿਸ ਪ੍ਰਕਾਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਜਾਣਾ ਹੋਇਆ, ਕਿਵੇਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਅਗਾਂ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਗਏ, ਦਸਤੇ ਮੁਬਾਰਕ ਚਰਨ ਮਹਾਰਾਜ ਜੀਆਂ ਨੂੰ ਉਸ ਥਾਂ ਤੇ ਪਾਏ। ਉਹ ਆਪਾਂ ਪ੍ਰਸੰਗ ਅਗਲੇਰੇ ਦਿਨਾਂ ਦੇ ਅੰਦਰ ਸਤਿਕਾਰਯੋਗ ਹੈਡ ਗ੍ਰੰਥੀ ਗਿਆਨੀ ਪ੍ਰਿਤਪਾਲ ਸਿੰਘ ਜੀ ਉਹਨਾਂ ਪਾਸੋਂ ਸਰਵਣ ਕਰਾਂਗੇ। ਸੋ ਦਾਸ ਪਾਸੋਂ ਕਥਾ ਵਿਚਾਰਾ ਕਰਦਿਆਂ ਇੱਕ ਨਹੀਂ ਅਨੇਕਾਂ ਗਲਤੀਆਂ ਹੋ ਗਈਆਂ ਹਨ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਤਥਾ ਸੰਗਤ ਬਖਸ਼ਣਯੋਗ ਹੈ, ਬਖਸ਼ ਲੈਣਾ ਜੀ। ਵਾਹਿਗੁਰੂ 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 ਹੇ ਅਚੁੱਤ ਹੇ ਪਾਰ ਬ੍ਰਹਮਾ, ਹੇ ਪੂਰਨ ਹੇ ਸਰਬ ਮੈਂ, ਹੇ ਸੰਗੀ ਹੇ ਨਿਰੰਕਾਰ, ਹੇ ਗੋਬਿੰਦ ਹੇ ਗੁਣ ਨਿਧਾਨ, ਹੇ ਅਪਰੰਪਰ ਹਰ ਹਰੇ, ਹੇ ਸੰਤੈ ਕੈ ਸਦਾ ਸੰਗ, ਹੇ ਠਾਕੁਰ ਹੋਂਦਾ ਸਰੂ,
ਨਾਨਕ ਦੀਜੈ ਨਾਮ ਦਾਨ ਆਏ ਪ੍ਰਭ ਸ਼ਰਣਾਗਤੀ ਕਿਰਪਾ ਨਿਧ ਏਕ ਅਖਰ ਹਰ ਮਨ ਬਸਤ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰੇ ਉਤਾਰਨਿਆ ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।